ਜਿਹੜੀ ਕੌਮ ਸ਼ਹੀਦਾਂ ਨੂੰ ਭੁੱਲਦੀ ਨਹੀਂ ਤੇ ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ, ਕੌਣ ਜੰਮਿਆ ਉਹਨੂੰ ਜੋ ਮੇਟ ਸਕਦਾ ਹੈ, ਮਿਟ ਜਾਣਗੇ ਉਹਨੂੰ ਮਿਟਾਉਣ ਵਾਲੇ। ਸੱਚਮੁੱਚ ਜੇ ਅਸੀਂ ਸਿੱਖ ਇਤਿਹਾਸ ਦਾ ਕੋਈ ਵੀ ਪੰਨਾ ਫਰੋਲ ਕੇ ਦੇਖੀਏ ਤਾਂ ਸਾਨੂੰ ਕੋਈ ਵੀ ਪੰਨਾ ਇਹੋ ਜਿਹਾ ਨਹੀਂ ਮਿਲੇਗਾ ਜੋ ਸ਼ਹੀਦਾਂ ਦੇ ਖੂਨ ਨਾਲ ਨਾ ਰੰਗਿਆ ਹੋਵੇ। ਗੁਰੂ ਸਾਹਿਬਾਨ ਵੱਲੋਂ ਪਾਏ ਗਏ ਪੂਰਨਿਆਂ 'ਤੇ ਚੱਲਦੀਆਂ ਹੋਇਆਂ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਅਤੇ ਗੁਰੂ ਦੇ ਪਿਆਰਿਆਂ ਨੇ ਸ਼ਹੀਦੀ ਜਾਮ ਪੀ ਕੇ ਪੰਥ ਦਾ ਨਾਂ ਰੋਸ਼ਨ ਕੀਤਾ ਅਤੇ ਸਮੇਂ-ਸਮੇਂ 'ਤੇ ਗੁਰਦੁਆਰਾ ਸੁਧਾਰ ਲਹਿਰ ਲਈ ਚਲਾਈ ਗਈਆਂ ਲਹਿਰਾਂ ਦੇ ਲਈ ਆਪਾ ਵੀ ਵਾਰਿਆ। ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ ਦਾ ਸ਼ਹੀਦੀ ਸਾਕਾ ਵੀ ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਸਿੱਖ ਇਤਿਹਾਸ ਦਾ ਇੱਕ ਅਹਿਮ ਪੰਨਾ ਹੈ। 22 ਮਈ 1964 ਨੂੰ ਵਾਪਰੇ ਇਸ ਸ਼ਹੀਦੀ ਸਾਕੇ ਵਿੱਚ ਪੁਲਿਸ ਦੀ ਗੋਲੀਆਂ ਦੇ ਨਾਲ 11 ਸਿੰਘ ਸ਼ਹੀਦ ਹੋਏ ਸਨ। ਅੱਜ ਸਾਡੇ ਨਾਲ ਪੰਜਾਬ ਤੋਂ ਭਾਈ ਭਗਵਾਨ ਸਿੰਘ ਜੌਲ ਜੀ ਜੁੜੇ ਹੋਏ ਨੇ, ਜਿਹੜੇ ਕਿ ਸਾਨੂੰ ਇਸ ਸਾਕੇ ਬਾਰੇ ਜਿਨ੍ਹਾਂ ਨਾਲ ਅਸੀਂ ਕਿ ਵਿਚਾਰ ਚਰਚਾ ਕਰਾਂਗੇ ਅਤੇ ਆਓ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿ ਤੁਸੀਂ ਸਾਨੂੰ ਇਸ ਸਮੇਂ ਜਿਹੜਾ ਵਕਤ ਦਿੱਤਾ ਹੈ। ਮਿਹਰਬਾਨੀ ਜੀ, ਸਾਰੇ ਸਰੋਤਿਆਂ ਨੂੰ, ਆਪ ਜੀ ਨੂੰ ਬੀਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਪਹਿਲਾਂ ਤਾਂ ਅਸੀਂ ਧੰਨ ਭਾਗ ਸਮਝਦੇ ਆਪਣੇ, ਮੈਂ ਤੁਹਾਡੇ ਬਾਰੇ ਥੋੜ੍ਹਾ ਪੜ੍ਹਿਆ ਸੀ ਅਤੇ ਸੋ ਸਾਡੇ ਜਿਹੜੇ ਸਰੋਤਿਆਂ ਨੂੰ ਆਪਣੇ ਬਾਰੇ ਥੋੜ੍ਹੀ ਜਿਹੀ ਆਪਣੀ ਬੈਕਗਰਾਊਂਡ ਬਾਰੇ ਬਰੀਫਲੀ ਜ਼ਰੂਰ ਦੱਸੋ ਤੁਸੀਂ ਵੀ। ਦਾਸ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਮੈਂ ਸੰਬੰਧਿਤ ਰਿਹਾ, ਪਰ ਪਿਛਲੇ 45-50 ਸਾਲ ਤੋਂ ਆਲ ਇੰਡੀਆ ਰੇਡੀਓ ਤੋਂ ਗੁਰਬਾਣੀ ਵਿਚਾਰਨ ਲਈ ਕੰਮ ਕਰ ਰਿਹਾ ਜੀ। ਮੇਰੀਆਂ 4 ਪੁਸਤਕਾਂ ਗੁਰਬਾਣੀ ਤੇ ਛਪ ਚੁੱਕੀਆਂ ਨੇ ਜੀ, ਔਰ ਸਾਡਾ ਹਿੰਦੁਸਤਾਨ ਦਾ ਲੀਡਿੰਗ ਪੇਪਰ ਹੈ ਅਜੀਤ ਪੰਜਾਬੀ ਜੀ, ਉਹਦੇ ਲਈ 40-45 ਸਾਲ ਤੋਂ ਲਗਾਤਾਰ ਲਿਖ ਰਿਹਾ ਹਾਂ। ਬਹੁਤ ਸਾਰੀ ਬੁੱਕਸ ਦੇ ਰਿਵਿਊ ਕੀਤੇ ਨੇ। ਹਾਂਜੀ ਜੀ, ਤੇ ਮੀਡੀਆ ਨਾਲ ਹਮੇਸ਼ਾ ਹੀ ਸੰਬੰਧਿਤ ਰਿਹਾ। ਜਦੋਂ ਤੋਂ ਇਹ ਲਾਈਵ ਪ੍ਰੋਗਰਾਮ ਸ਼ੁਰੂ ਹੋਏ ਨੇ ਸਾਰੇ ਚੈਨਲਾਂ ਤੋਂ, ਖਾਸ ਕਰਕੇ ਜਿੰਨੇ ਵੀ ਪੰਜਾਬੀ ਚੈਨਲ ਨੇ ਜਿਹੜੇ ਗੁਰਬਾਣੀ ਦਾ ਕਰਦੇ ਨੇ ਜੀ, ਤੇ ਮੈਂ ਸਟੇਜ ਕੰਡਕਟ ਕਰਦਾ, ਵਿਸ਼ੇਸ਼ ਕਰਕੇ ਜਿਹੜੇ ਵੱਡੇ ਸਟੇਜ ਨੇ ਸ਼ਤਾਬਦੀਆਂ ਦੇ ਨੇ, ਚਾਹੇ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਸੀ, ਚਾਹੇ ਉਸ ਤੋਂ ਪਹਿਲਾਂ ਜਿੰਨੀਆਂ ਸ਼ਤਾਬਦੀਆਂ ਆਈਆਂ 99 ਤੋਂ ਬਾਅਦ, ਸਾਰੀਆਂ ਸ਼ਤਾਬਦੀਆਂ ਦਾ ਜਦੋਂ ਵੱਡਾ ਇਕੱਠ ਹੁੰਦਾ 8 ਲੱਖ ਦਾ, 10 ਲੱਖ ਦਾ, ਸਾਰੀ ਐਂਕਰਿੰਗ ਦਾ ਸੁਣਨ ਦਾ ਮੌਕਾ ਮਿਲਦਾ ਰਹਿੰਦਾ ਹੈ। ਸਤਿਗੁਰੂ ਨੇ ਰਹਿਮਤ ਕੀਤੀ ਹੋਈ ਬਖਸ਼ਿਸ਼ ਜੀ। ਮੈਂ ਜਦੋਂ ਤੁਹਾਡੇ ਬਾਰੇ ਸਰਚ ਕੀਤੀ ਤੇ ਮੈਨੂੰ ਮਤਲਬ ਕਹਿੰਦੇ ਨਾ ਕਿ ਇੱਕਦਮ ਖਜ਼ਾਨਾ ਮਿਲ ਜਾਂਦਾ ਹੈ, ਤੇ ਮੇਰਾ ਵਾਕਈ ਦਿਲ ਕੀਤਾ ਕਿ ਨਹੀਂ, ਮੈਂ ਤੇ ਮਤਲਬ ਵੀ ਤੁਹਾਡੇ ਨਾਲ ਜ਼ਰੂਰ ਜਿਹੜੀ ਗੱਲਬਾਤ ਕਰਨੀ ਚਾਹੀਦੀ ਹੈ। ਸੋ ਬੜੀ ਮਨ ਨੂੰ ਜਿਹੜੀ ਹੈ ਖੁਸ਼ੀ ਹੋਈ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਜਿਹੜਾ ਅੱਜ ਸਮਾਂ ਵੀ ਜਿਹੜਾ ਕੱਢਿਆ। ਸੋ ਅੱਜ ਜਿਹੜਾ ਸਾਡਾ ਵਿਸ਼ਾ ਜਿਹੜਾ ਖਾਸ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਉਹ ਹੈਗਾ ਜੀ ਖੂਨੀ ਸਾਕਾ ਜਿਹੜਾ ਗੁਰਦੁਆਰਾ ਪਾਉਂਟਾ ਸਾਹਿਬ। ਪਹਿਲਾਂ ਮੈਨੂੰ ਥੋੜ੍ਹਾ ਜਿਹਾ ਅਸੀਂ ਗੱਲਬਾਤ ਕਰਦੇ ਹਾਂ ਕਿ ਥੋੜ੍ਹਾ ਗੁਰਦੁਆਰਾ ਪਾਉਂਟਾ ਸਾਹਿਬ ਬਾਰੇ। ਜਦੋਂ ਅਸੀਂ ਗੁਰਦੁਆਰਾ ਪਾਉਂਟਾ ਸਾਹਿਬ ਦੀ ਗੱਲ ਕਰੀਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਦਰਸ਼ਨ ਹੈ ਉਹ ਸਾਹਮਣੇ ਹੁੰਦੇ ਨੇ। ਤਾਂ ਥੋੜ੍ਹਾ ਜਿਹਾ ਸਾਨੂੰ ਭਾਈ ਸਾਹਿਬ ਤੁਸੀਂ ਇਹਦੇ ਇਤਿਹਾਸ ਬਾਰੇ ਜ਼ਰੂਰ ਚਾਨਣਾ ਪਾਓ ਕਿ ਹੋਰ ਕੀ ਇਤਿਹਾਸ ਜਿਹੜਾ ਹੈ ਗੁਰਦੁਆਰਾ ਪਾਉਂਟਾ ਸਾਹਿਬ ਨਾਲ ਜੁੜਿਆ ਹੋਇਆ ਹੈ। ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ। ਬਹੁਤ ਹੀ ਮਾਣ ਵਾਲੀ ਗੱਲ ਉਸ ਸਥਾਨ ਲਈ ਇਹ ਹੈ ਕਿ ਉਹ ਬੜਾ ਰਮਣੀਕ ਸਥਾਨ ਹੈ, ਜਮਨਾ ਦਰਿਆ ਦੇ ਕਿਨਾਰੇ ਤੇ ਨੇ। ਕਲਗੀਧਰ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਹੈ ਉਹ ਗੰਗਾ ਦੇ ਕਿਨਾਰੇ ਤੇ ਪਟਨਾ ਸਾਹਿਬ ਹੁੰਦਾ। ਹਾਂਜੀ, ਤੇ ਮੇਰੇ ਪਾਤਸ਼ਾਹ ਦਾ ਬਚਪਨ ਤੇ ਜਵਾਨੀ ਦੇ ਭਰ ਜਵਾਨੀ ਦੇ ਦਿਨ ਜਿਹੜੇ ਨੇ ਉਹ ਸਤਲੁਜ ਦੇ ਕਿਨਾਰੇ ਸ਼੍ਰੀ ਅਨੰਦਪੁਰ ਸਾਹਿਬ ਦੇ ਬੀਤਦੇ ਨੇ ਜੀ। ਪਰ ਜਿਹੜੀਆਂ ਸਾਹਿਤਕ ਸੇਵਾਵਾਂ ਨੇ, ਖਾਸ ਕਰਕੇ ਅਦਬੀ ਮਹਿਫਲਾਂ, 52 ਕਵੀਆਂ ਦੇ ਨਾਲ ਦਸਤਾਰ ਸਜਾਉਣ ਦੇ ਮੁਕਾਬਲੇ, ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ, ਇਹ ਸਾਰੇ ਸ਼੍ਰੀ ਪਾਉਂਟਾ ਸਾਹਿਬ ਹੁੰਦੇ ਨੇ ਜਮਨਾ ਦੇ ਕਿਨਾਰੇ ਤੇ। ਔਰ ਮੇਰੇ ਪਾਤਸ਼ਾਹ ਦੇ ਜਿਹੜਾ ਅੰਤਲਾ ਸਮਾਂ ਹੈ ਉਹ ਗੋਦਾਵਰੀ ਦੇ ਕਿਨਾਰੇ ਤੇ ਹੈ। ਪਾਣੀ ਵਰਗਾ ਮੇਰੇ ਪਾਤਸ਼ਾਹ ਦਾ ਸੁਭਾਅ ਹੈ ਔਰ ਪਾਣੀ ਦੀ ਤਰ੍ਹਾਂ ਹੀ ਉਹ ਨਿਰਮਲ ਨੇ। ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਔਰ ਪਾਣੀ ਦੇ ਨਾਲ ਉਹਨਾਂ ਦਾ ਬਚਪਨ ਤੋਂ ਲੈ ਕੇ ਅੰਤਮ ਸਮੇਂ ਤੱਕ ਮੇਰੇ ਪਾਤਸ਼ਾਹ ਦਾ ਸੰਬੰਧ ਰਿਹਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਜਾਂਦੀ ਹੈ ਉਦੋਂ ਤੱਕ ਮੇਰੇ ਪਾਤਸ਼ਾਹ ਪਾਣੀ ਨਾਲ ਜੁੜੇ ਰਹੇ। ਵਾਹ ਜੀ ਵਾਹ। ਆਪਣੀ ਬੇਨਤੀ ਕਰਾਂ, ਜਦੋਂ ਪਾਉਂਟਾ ਸਾਹਿਬ ਅਸਲ ਵਿੱਚ ਗੁਰੂ ਸਾਹਿਬ ਜੀ ਦਾ ਜਦੋਂ ਉਸ ਸਥਾਨ ਤੇ ਗਏ ਆ ਤੇ ਉਹਨਾਂ ਦੇ ਸਥਾਨ ਤੇ ਜਦੋਂ ਭਾਈ ਸੰਤੋਖ ਸਿੰਘ ਜੀ ਸਾਡੇ ਵੱਡੇ ਇਤਿਹਾਸਕਾਰ ਹੋਏ ਨੇ, ਉਹਨਾਂ ਨੇ ਲਿਖਿਆ ਹੋਇਆ ਪਾਮ ਟਿਕਿਓ ਸਤਿਗੁਰੂ ਤੋਂ ਅਨੰਦਪੁਰ ਤੋਂ ਆਏ, ਨਾਮ ਧਰਿਓ ਇਹ ਪਾਮਟਾ ਸਭ ਦੇਸਨ ਪ੍ਰਗਟਾਏ। ਜਦੋਂ ਕਲਗੀਧਰ ਪਾਤਸ਼ਾਹ ਦੇ ਉੱਥੇ ਚਰਨ ਪੈਂਦੇ ਨੇ ਤੇ ਉਹਨਾਂ ਦੇ ਚਰਨ ਪੈਣ ਦੇ ਨਾਲ ਪਾਮ ਤੋਂ ਭਾਵ ਪੈਰ, ਟਿਕੋ ਦਾ ਟਿਕਾਇਆ ਜਦੋਂ, ਤੇ ਉਸੇ ਨਾਮ ਦੇ ਨਾਲ ਉਸ ਸਥਾਨ ਦਾ ਨਾਮ ਪਾਉਂਟਾ ਸਾਹਿਬ ਬਣ ਗਿਆ। ਬਿਲਕੁਲ ਜਮਨਾ ਨਦੀ ਦਾ ਕਿਨਾਰਾ ਹੈ ਜੀ, ਔਰ ਡਿਸਟ੍ਰਿਕਟ ਸਿਰਮੌਰ ਪੁਰਾਣੇ ਹਿਮਾਚਲ ਦਾ ਜ਼ਿਲ੍ਹਾ ਹੈ ਜੀ, ਔਰ ਜਿਹਦਾ ਹੈਡਕੁਆਟਰ ਹੈਗਾ ਨਾਹਨ। ਔਰ ਇਹ ਜਮਨਾ ਨਗਰ ਜਗਾਦਰੀ ਤੋਂ 60-65 ਕਿਲੋਮੀਟਰ ਦੂਰ ਹੈ
ਚੰਡੀਗੜ੍ਹ ਤੋਂ 120 ਕਿਲੋਮੀਟਰ ਦੂਰ ਹੈ, ਨਾਹਨ ਤੋਂ 40-45 ਕਿਲੋਮੀਟਰ ਦੂਰ ਹੈ ਇਹ ਸਥਾਨ। ਮੈਂ ਤਕਰੀਬਨ ਪਿਛਲੇ 35-40 ਸਾਲ ਤੋਂ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਹੋਲਾ ਮਹੱਲਾ ਜਦੋਂ ਅਨੰਦਪੁਰ ਸਾਹਿਬ ਹੁੰਦਾ ਹੈ, ਉੱਥੇ ਵੀ ਬਹੁਤ ਵੱਡਾ ਹੋਲਾ ਮਹੱਲਾ ਹੁੰਦਾ ਹੈ। ਇੱਕ ਆਰਟੀਕਲ ਹਮੇਸ਼ਾ ਹੀ ਲਿਖਦਾ ਹੋਣਾ ਉਸ ਸਥਾਨ ਲਈ ਜੀ, ਵੱਡੀਆਂ ਅਖਬਾਰਾਂ ਦੇ, ਜਿਹੜਾ ਸੰਗਤ ਨੂੰ ਜਾਣਕਾਰੀ ਮਿਲ ਜਾਂਦੀ ਹੈ। ਤੇ ਜਿਹੜਾ ਨਾਹਨਪਤੀ ਰਾਜਾ ਸੀ, ਸਿਰਮੌਰ ਦਾ ਰਾਜਾ ਸੀ, ਉਹਦਾ ਨਾਮ ਸੀ ਮੇਦਨੀ ਪ੍ਰਕਾਸ਼, ਜਿਹੜੇ 22 ਧਾਰ ਦੇ ਪਹਾੜੀ ਰਾਜੇ ਸਨ ਉਹਨਾਂ ਵਿੱਚੋਂ ਇੱਕ ਸੀ। ਤੇ ਉਹ ਰਾਜ ਦੇ ਵਿੱਚ ਉਹਦੇ ਤੇ ਬੜੀਆਂ ਮੁਸ਼ਕਲਾਂ ਆਈਆਂ ਹੋਈਆਂ ਸਨ। ਜਦੋਂ ਮੁਸ਼ਕਲਾਤ ਆਉਂਦੀ ਹੈ ਤੇ ਬੰਦਾ ਆਲੇ ਦੁਆਲੇ ਭੱਜਦਾ ਹੈ। ਤੇ ਕਿਉਂਕਿ ਉਹ ਰਾਜਪੂਤ ਸੀ, ਹਿੰਦੂ ਧਰਮ ਨੂੰ ਮੰਨਣ ਵਾਲਾ ਸੀ, ਰਾਜਾ ਮੇਦਨੀ ਪ੍ਰਕਾਸ਼, ਉਹ ਜੋਤਸ਼ੀਆਂ ਕੋਲ ਗਿਆ, ਨਜੂਮੀਆਂ ਕੋਲ ਗਿਆ। ਉਹਨਾਂ ਨੇ ਆਖਿਆ ਕਿ ਤੇਰੇ ਰਾਜ ਦੀ ਸਾੜ ਸਤੀ ਹੈ, ਤੂੰ ਇਸ ਤਰ੍ਹਾਂ ਕਰਨਾ ਹੈ। ਨਜੂਮੀਆਂ ਕੋਲ ਜਦੋਂ ਜਾਂਦਾ ਹੈ, ਕਿਉਂਕਿ ਹਿੰਦੂ ਸਾਰੇ ਜਾਂਦੇ ਨੇ, ਹਾਂਜੀ ਜੀ, ਜਦੋਂ ਉਹ ਸਾਰੇ ਜਾਂਦੇ ਨੇ ਤੇ ਜਦੋਂ ਉਹਨਾਂ ਨੇ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਕਰੋ, ਸ਼੍ਰੀ ਅਨੰਦਪੁਰ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਸਰੂਪ ਗੁਰਤਾ ਗੱਦੀ ਦੇ ਬਿਰਾਜਮਾਨ ਨੇ ਜੀ, ਤੁਸੀਂ ਉਹਨਾਂ ਕੋਲ ਜਾਓ ਔਰ ਉਹ ਤੁਹਾਡਾ ਇਹ ਹੱਲ ਕਰ ਸਕਦੇ, ਕਿਉਂਕਿ ਇਹ ਰਾਜਿਆਂ ਦਾ ਆਪਸ ਵਿੱਚ ਝਗੜਾ ਹੈ। ਤੁਸੀਂ ਲੜਨਾ ਨਹੀਂ ਚਾਹੁੰਦੇ ਦੂਸਰੇ ਰਾਜਿਆਂ ਨਾਲ। 22 ਧਾਰ ਦੇ ਰਾਜੇ ਤੁਹਾਡੇ ਕੈਡੀ ਅੱਖ ਰੱਖਦੇ ਨੇ, ਬਿਲਕੁਲ ਉਹਨਾਂ ਕੋਲ ਜਾਓ। ਤੇ ਰਾਜਾ ਮੇਦਨੀ ਪ੍ਰਕਾਸ਼ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਨਾ ਹੈ, ਤੁਸੀਂ ਮੇਰੇ ਰਾਜ ਵਿੱਚ ਆਓ, ਚਰਨ ਪਾਓ, ਤਾਂ ਜੋ ਮੇਰਾ ਰਾਜ ਸੁਖੈਨ ਢੰਗ ਨਾਲ ਮੈਂ ਕਰ ਸਕਾਂ ਜੀ। ਔਰ ਜਦੋਂ ਰਾਜਾ ਮੇਦਨੀ ਪ੍ਰਕਾਸ਼ ਅਨੰਦਪੁਰ ਸਾਹਿਬ ਜਾਂਦਾ, ਮੇਰੇ ਪਾਤਸ਼ਾਹ ਨੇ ਕਿਹਾ ਅਸੀਂ ਜ਼ਰੂਰ ਆਵਾਂਗੇ। ਮੇਰੇ ਪਾਤਸ਼ਾਹ ਜਦੋਂ ਜਾਂਦੇ ਨੇ, ਸਭ ਤੋਂ ਪਹਿਲਾਂ ਨਾਹਨ ਜਾਂਦੇ ਨੇ, ਰਾਜੇ ਦੇ ਰਾਜ ਮਹਿਲ ਵਿੱਚ ਜਾਂਦੇ ਨੇ। ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾਹਨ ਵਿੱਚ ਵੀ, ਠੀਕ ਹੈ ਜੀ। ਜਦੋਂ ਪਾਉਂਟਾ ਸਾਹਿਬ ਜਾਂਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ, ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਮੇਰੇ ਪਾਤਸ਼ਾਹ ਦੀ ਉਮਰ ਉਦੋਂ ਕੇਵਲ 19-20 ਸਾਲ ਸੀ, ਜ਼ਿਆਦਾ ਉਮਰ ਨਹੀਂ ਸੀ। ਕੁਝ ਫੁੱਟ ਗੱਭਰੂ ਸਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ। ਜਦੋਂ ਉਸ ਸਥਾਨ ਤੇ ਜਾਂਦੇ ਨੇ ਤੇ ਉਹ ਰਾਜਾ ਫਿਰ ਆਪ ਕਹਿੰਦਾ ਕਿ ਮੇਰੇ ਰਾਜ ਵਿੱਚ ਤੁਸੀਂ ਕਿਤੇ ਵੀ ਆਪਣਾ ਟਿਕਾਣਾ ਚੁਣੋ, ਜਿੱਥੇ ਤੁਸੀਂ ਆਪਣਾ ਮਹਿਲ ਬਣਾਉਣਾ ਚਾਹੁੰਦੇ ਹੋ। ਮੈਂ ਚਾਹੁੰਦਾ ਤੁਸੀਂ ਮੇਰੇ ਰਾਜ ਵਿੱਚ ਰਹੋ। ਤੇ ਦੂਨ ਦੀ ਬਾਦੀ, ਦੇਹਰਾਦੂਨ ਦਾ ਇਲਾਕੇ ਨੂੰ ਦੂਨ ਦੀ ਬਾਦੀ ਕਹਿੰਦੇ ਨੇ। ਪਾਉਂਟਾ ਸਾਹਿਬ ਉਸ ਬਾਦੀ ਵਿੱਚ ਵਸਿਆ ਹੋਇਆ, ਕਿਉਂਕਿ ਆਲੇ ਦੁਆਲੇ ਚਾਰੇ ਪਾਸੇ ਪਹਾੜੀਆਂ ਨੇ, ਵਿਚਕਾਰ ਮੈਦਾਨੀ ਇਲਾਕਾ, ਉਸਨੂੰ ਬਾਦੀ ਕਹਿੰਦੇ ਨੇ। ਤੇ ਉੱਥੇ ਮੇਰੇ ਪਾਤਸ਼ਾਹ ਜਮਨਾ ਦੇ ਕਿਨਾਰੇ ਤੇ ਮੇਰੇ ਪਾਤਸ਼ਾਹ ਨੇ ਹਾਥੀ ਤੋਂ ਜਦੋਂ ਉਤਰੇ ਨੇ, ਪਾਉਂ ਟਿਕਾਇਆ ਤੇ ਮੇਰੇ ਪਾਤਸ਼ਾਹ ਨੇ ਬੜਾ ਰਮਣੀਕ ਸਥਾਨ ਸੀ, ਆਲੇ ਦੁਆਲੇ ਜੰਗਲ ਸਨ, ਹਰਿਆਵਲ ਸੀ ਸਾਰੇ, ਬੜਾ ਰਮਣੀਕ ਜਗ੍ਹਾ ਕਰਕੇ ਮੇਰੇ ਪਾਤਸ਼ਾਹ ਨੇ ਉੱਥੇ ਫਿਰ ਸਭ ਤੋਂ ਪਹਿਲਾਂ ਕਿਲੇ ਦੀ ਉਸਾਰੀ ਕੀਤੀ। ਪਹਿਲੇ ਤੰਬੂ ਲਗਾਏ, ਫੌਜਾਂ ਉਤਰ ਗਈਆਂ। ਮੇਰੇ ਪਾਤਸ਼ਾਹ ਦੇ ਮਹਿਲ ਵੀ, ਮਾਤਾ ਸੁੰਦਰੀ ਜੀ ਵੀ ਨਾਲ ਸਨ, ਉਹ ਵੀ, ਕਿਉਂਕਿ ਉੱਥੇ ਪਾਤਸ਼ਾਹ ਨੇ ਜਦੋਂ ਉਸ ਸਥਾਨ ਤੇ ਗਏ ਨੇ। ਇਤਿਹਾਸ ਦੀ ਵਿਲੱਖਣ ਗੱਲ ਇਹ ਹੈ ਕਿ ਸਭ ਤੋਂ ਪਹਿਲੇ ਉਸੇ ਸਥਾਨ ਤੇ ਮੇਰੇ ਪਾਤਸ਼ਾਹ ਨੇ ਸੋਹਣੇ ਦਸਤਾਰ ਸਜਾਉਣ ਦੇ ਮੁਕਾਬਲੇ, ਕਿਉਂਕਿ ਪਰਸਨੈਲਿਟੀ ਤੋਂ ਬਿਨਾਂ ਮਨੁੱਖ ਕੁਝ ਵੀ ਨਹੀਂ, ਸ਼ਖਸੀਅਤ ਤੋਂ ਬਹੁਤ ਵਧੀਆ ਜੀ, ਸ਼ਖਸੀਅਤ ਹੈ ਨਾ ਜੀ, ਆਪ ਨਾਲ ਬਣਦੀ ਹੈ। ਤੇ ਮੇਰੇ ਪਾਤਸ਼ਾਹ ਨੇ ਦੁਨੀਆ ਵਿੱਚ ਇੱਕੋ ਇੱਕ ਉੱਥੇ ਗੁਰਦੁਆਰਾ ਸਾਹਿਬ, ਇੱਕ ਗੁਰਦੁਆਰਾ ਕੰਪਲੈਕਸ ਦੇ ਵਿੱਚ ਹੀ ਹੈ, ਜਿਹਦਾ ਨਾਮ ਗੁਰਦੁਆਰਾ ਦਸਤਾਰ ਸਥਾਨ ਹੈ। ਜਦੋਂ ਤੁਹਾਡੀ ਸੰਗਤ ਤੋਂ ਆਏਗੀ ਨਾ ਆਸਟ੍ਰੇਲੀਆ ਤੋਂ ਜਾਂ ਦੂਸਰੇ ਦੇਸ਼ਾਂ ਤੋਂ, ਤੁਸੀਂ ਹੈਰਾਨ ਹੋਵੋਗੇ ਕਿ ਉਹ ਦਸਤਾਰ ਸਥਾਨ ਗੁਰਦੁਆਰਾ ਸਾਹਿਬ ਕੇਵਲ ਇਸੇ ਕਰਕੇ ਬਣਿਆ ਸੀ। ਮੇਰੇ ਪਾਤਸ਼ਾਹ ਨੇ ਸੁੰਦਰ ਸੋਹਣੇ ਮੁਕਾਬਲੇ ਜਦੋਂ ਦਸਤਾਰ ਦੇ ਹੁੰਦੇ ਸਨ ਤੇ ਉੱਥੇ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਸਨ। ਮੇਰੇ ਪਾਤਸ਼ਾਹ ਸੁੰਦਰ ਦਸਤਾਰਾਂ ਨੂੰ ਪਿਆਰ ਦਿੰਦੇ ਸਨ, ਇਨਾਮ ਦਿੰਦੇ ਸਨ ਵੱਡੇ ਵੱਡੇ। ਮੇਰੇ ਪਾਤਸ਼ਾਹ ਦੇ 52 ਕਵੀ, ਜਾਪ ਸਾਹਿਬ ਵਰਗੀ ਪਵਿੱਤਰ ਰਚਨਾ, ਅਕਾਲ ਉਸਤਤ ਵਰਗੀ ਪਵਿੱਤਰ ਰਚਨਾ, ਸਾਰੀਆਂ ਹੀ ਉਸ ਸਥਾਨ ਤੇ ਉਚਾਰਨ ਕੀਤੇ ਗਏ, ਜਮਨਾ ਨਦੀ ਦੇ ਕਿਨਾਰੇ ਤੇ ਬੈਠ ਕੇ। ਔਰ ਜਦੋਂ ਜਮਨਾ ਦੇ ਕਿਨਾਰੇ ਬੈਠਦੇ ਸਨ ਤੇ ਜਮਨਾ ਦਾ ਬੜਾ ਸ਼ੋਰ ਸੀ, ਪਾਣੀ ਦਾ ਜੀ ਬੜਾ ਰੌਲਾ ਪਾਉਂਦੀ ਸੀ, ਕਿਉਂਕਿ ਪਹਾੜੀਆਂ ਦੇ ਵਿੱਚ ਜਦੋਂ ਪਾਣੀ ਡਿੱਗਦਾ ਨਾ ਪੱਥਰਾਂ ਵਿੱਚ ਦੀ, ਤੇ ਉਹਦਾ ਜਿਹੜਾ ਆਵਾਜ਼ ਹੈ ਆਉਂਦੀ ਹੈ। ਤੇ ਮੇਰੇ ਪਾਤਸ਼ਾਹ ਨੇ ਜਮਨਾ ਨੂੰ ਕਿਹਾ ਕਿ ਤੂੰ ਠੀਕ ਹੈ, ਇਤਿਹਾਸਕ ਨਦੀ ਹੋ ਸਕਦੀ ਹੈ, ਪਰ ਮੈਂ ਗੁਰੂ ਨਾਨਕ ਦਾ ਉਸ 10ਵਾਂ ਜੋਤ ਹੈ, ਔਰ ਉਸ ਜਮਨਾ ਨਦੀ ਉੱਥੋਂ ਹੁਣ ਚੁੱਪਚਾਪ ਪੈਂਦੀ ਹੈ, ਉੱਥੇ ਆਵਾਜ਼ ਨਹੀਂ ਆਉਂਦੀ ਜਮਨਾ ਦੀ ਬਿਲਕੁਲ ਵੀ। ਵਾਹ ਜੀ ਵਾਹ, ਜਿਵੇਂ ਮਰਜ਼ੀ ਇਸ ਨੂੰ ਮੰਨ ਲਓ, ਪਰ ਉਸ ਜਗ੍ਹਾ ਤੇ ਜਮਨਾ ਬਿਲਕੁਲ ਆਵਾਜ਼ ਨਹੀਂ ਕਰਦੀ। ਮੇਰੇ ਪਾਤਸ਼ਾਹ ਫਿਰ 52 ਕਵੀ ਮੇਰੇ ਪਾਤਸ਼ਾਹ ਦੇ ਦਰਬਾਰ ਵਿੱਚ ਆਉਂਦੇ ਨੇ। 52 ਕਵੀ ਇਹ ਨਹੀਂ ਸਨ ਸਿੱਖ ਸਨ, ਮੁਸਲਮਾਨ ਸਨ, ਕੋਈ ਹਿੰਦੂ ਸਨ, ਧਰਮਾਂ ਨੂੰ ਅਲੱਗ-ਅਲੱਗ ਭਾਸ਼ਾਵਾਂ ਦੇ ਸਨ, ਕੋਈ ਅਰਬੀ ਦੇ ਸਨ, ਕੋਈ ਫਾਰਸੀ ਦੇ ਸਨ, ਕੋਈ ਉਰਦੂ ਦੇ ਸਨ, ਜੋ ਪੰਜਾਬੀ ਦੇ ਸਨ, ਕੋਈ ਸੰਸਕ੍ਰਿਤ ਦੇ ਸਨ। ਮੇਰੇ ਪਾਤਸ਼ਾਹ ਨੇ ਬਹੁਤ ਸਾਰੇ ਟ੍ਰਾਂਸਲੇਸ਼ਨ, ਅਨੁਵਾਦ ਵੀ ਕਰਵਾਇਆ, ਔਰ ਲਿਪੀ ਅੰਤਰ ਵੀ ਕਰਵਾਇਆ, ਬਹੁਤ ਸਾਰਾ ਲਿਪੀ ਅੰਤਰ ਵੀ ਉਸ ਸਥਾਨ ਤੇ ਕਰਵਾਇਆ। ਔਰ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਉਸੇ ਸਥਾਨ ਤੇ ਹੁੰਦਾ, ਔਰ ਉਸੇ ਸਥਾਨ ਤੇ ਰਹਿੰਦਿਆਂ ਹੀ ਮੇਰੇ ਪਾਤਸ਼ਾਹ ਨੂੰ ਇੱਕ ਜੰਗ ਲੜਨਾ ਪਿਆ, ਜਿਹਨੂੰ ਤੁਸੀਂ ਬੈਟਲ ਆਫ ਭੰਗਾਣੀ ਕਹਿੰਦੇ ਆ, ਭੰਗਾਣੀ ਦਾ ਯੁੱਧ ਜੀ। ਔਰ ਉਦੋਂ ਅਜੇ ਖਾਲਸਾ ਨਹੀਂ ਸਾਜਿਆ। ਮੇਰੇ ਪਾਤਸ਼ਾਹ ਦੀ ਉਮਰ ਵੀ ਬੜੀ ਥੋੜੀ ਸੀ, ਫੌਜ ਵੀ ਅਨਟ੍ਰੇਨਡ ਸੀ। ਔਰ ਪੀਰੀ ਬੁੱਧੂ ਸ਼ਾਹ ਪਹਿਲੀ ਵਾਰ ਮੇਰੇ ਪਾਤਸ਼ਾਹ ਦੇ ਸੈਯਦ ਪੀਰ ਸੀ,
ਪਾਤਸ਼ਾਹ ਦੇ ਦਰਸ਼ਨ ਕਰਨ ਆਇਆ, ਬੜਾ ਪ੍ਰਭਾਵਿਤ ਹੋਇਆ। ਔਰ ਉਸ ਆਪਣੇ 500 ਔਰੰਗਜ਼ੇਬ ਦੇ ਕੱਢੇ ਹੋਏ ਪਠਾਣਾਂ ਨੂੰ ਉਹਨੇ ਫੌਜ ਵਿੱਚ ਭਰਤੀ ਕਰਾਇਆ, ਪਰ ਭੰਗਾਣੀ ਦੇ ਜੰਗ ਵੇਲੇ ਉਹ ਸਾਰੇ ਭੱਜ ਗਏ, ਦੌੜ ਗਏ ਜੀ। ਔਰ ਭੰਗਾਣੀ ਦਾ ਜਦੋਂ ਯੁੱਧ ਹੁੰਦਾ ਭੰਗਾਣੀ ਸਾਹਿਬ ਦਾ, ਔਰ ਭੰਗਾਣੀ ਇੱਕ ਪਿੰਡ ਹੈ ਜਿਹੜਾ ਪਾਉਂਟਾ ਸਾਹਿਬ ਦੇ ਬਿਲਕੁਲ ਨੇੜੇ ਆ, ਔਰ ਉਹ ਜਮਨਾ ਦੇ ਕਿਨਾਰੇ ਤੇ ਹੈ, ਉੱਪਰ ਪਹਾੜ ਹੈ ਥੱਲੇ, ਕਿਉਂਕਿ ਉਹ ਰਾਜੇ ਦੀਆਂ ਫੌਜਾਂ ਉੱਪਰੋਂ ਆ ਰਹੀਆਂ ਸਨ। ਗੁਰੂ ਸਾਹਿਬ ਨੇ ਕਿਹਾ ਵੀ ਜਮਨਾ ਦੇ ਕਿਨਾਰੇ ਤੇ ਹੀ ਇਹ ਯੁੱਧ ਲੜਨਾ ਠੀਕ ਬਣੇਗਾ। ਔਰ ਮੇਰੇ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਉਸਦਾ ਬੜਾ ਵੱਡਾ ਜ਼ਿਕਰ ਕੀਤਾ, ਉਸ ਯੁੱਧ ਦਾ, ਭੰਗਾਣੀ ਦੇ ਯੁੱਧ ਦਾ। ਸੰਗਤ ਜਾਣਦੀ ਹੈ, ਪੜ੍ਹਦੀ ਹੈ, ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ। ਮੇਰੇ ਪਾਤਸ਼ਾਹ ਨੇ ਕੁਝ ਤੀਰ ਕਮਾਨ ਉਸ ਸਥਾਨ ਤੇ ਚਲਾਇਆ, ਇਹ ਬਚਨ ਕੀਤੇ। ਔਰ ਗੁਰੂ ਸਾਹਿਬ ਜੀ ਦੇ ਭੂਆ ਦੇ ਪੁੱਤਰ ਵੀ ਸ਼ਹੀਦ ਹੋਏ, ਔਰ ਉੱਥੇ ਪੀਰ ਬੁੱਧੂ ਸ਼ਾਹ ਦੇ ਬੱਚੇ ਵੀ ਸ਼ਹੀਦ ਹੋਏ, ਔਰ ਉਸਦੇ ਮੁਰੀਦ ਬਹੁਤ ਸਾਰੇ ਸ਼ਹੀਦ ਹੋਏ, ਕਿਉਂਕਿ ਮੁਸਲਮਾਨਾਂ ਵਿੱਚ ਬੜਾ ਸਤਿਕਾਰਿਆ ਹੋਇਆ ਸੈਯਦ ਉਹ ਫਕੀਰ ਸੀ। ਔਰ ਪਾਉਂਟਾ ਸਾਹਿਬ ਦਾ ਇਸ ਤਰ੍ਹਾਂ ਦਾ ਵਿਚਿੱਤਰ ਇਤਿਹਾਸ ਹੈ ਕਿ ਅਜੇ ਵੀ ਮੇਰੇ ਪਾਤਸ਼ਾਹ ਦੀਆਂ ਕਲਮਾਂ ਉੱਥੇ ਨੇ। ਸੰਗਤ ਦਰਸ਼ਨ ਕਰਨ ਜਾਂਦੀ ਹੈ ਨਾ, ਜਿਹਨਾਂ ਕਲਮਾਂ ਨਾਲ ਇੰਨਾ ਵੱਡਾ ਲਿਟਰੇਚਰ ਲਿਖਿਆ ਗਿਆ। 9 ਮਣ ਸੀ ਉਸਦਾ ਭਾਰ, ਜਿਹੜਾ ਵਿਦਿਆ ਸਾਗਰ ਗ੍ਰੰਥ ਸੀ, ਜਿਹੜਾ ਸਾਡੇ ਹੱਥ ਨਹੀਂ ਲੱਗ ਸਕਿਆ। ਉਹ ਸਰਸਾ ਨਦੀ ਦੀ ਭੇਟ ਹੋ ਗਿਆ, ਜੰਗਾਂ ਯੁੱਧਾਂ ਵਿੱਚ ਚਲਾ ਗਿਆ। ਔਰ 52 ਕਵੀਆਂ ਦੀਆਂ ਰਚਨਾਵਾਂ ਸਨ ਉਹਦੇ ਵਿੱਚ, ਜਿਹੜਾ ਸਿੱਖ ਪੰਥ ਦੇ ਹੱਥ ਨਹੀਂ ਲੱਗ ਸਕਿਆ। ਇਹ ਬੜਾ ਵਿਚਿੱਤਰ ਇਤਿਹਾਸ ਹੈ। ਜਦੋਂ ਉਸਦੇ ਸੰਗਤ ਦਰਸ਼ਨ ਕਰਦੀ ਹੈ, ਮੇਰਾ ਤਾਂ ਇੱਕ ਸੁਭਾਅ ਹੈ ਕਿ ਉਸ ਸਥਾਨ ਦੇ ਵਾਰ-ਵਾਰ ਦਰਸ਼ਨ ਕਰਕੇ ਮੈਂ ਕਦੇ ਰੱਜਦਾ ਨਹੀਂ ਹੈ। ਦਿਲ ਕਰਦਾ ਹੁੰਦਾ ਕਿ ਇਸ ਸਥਾਨ ਨੂੰ ਵਾਰ-ਵਾਰ ਉਸ ਸਥਾਨ ਦੀ ਚਰਨ ਛੋਹ ਪ੍ਰਾਪਤ ਕੀਤੀ ਜਾਵੇ। ਕਿਆ ਬਾਤ ਹੈ ਜੀ। ਤੁਸੀਂ ਕੁਛ ਹੀ ਸਮੇਂ ਦੇ ਵਿੱਚ ਤੁਸੀਂ ਜਿਹੜਾ ਇੰਨਾ ਮਹਾਨ ਜਿਹੜਾ ਇਤਿਹਾਸ ਹੈ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ, ਤਾਂ ਮਤਲਬ ਦਿਲ ਕਰ ਰਿਹਾ ਕਿ ਉਹ ਸਾਰਾ ਜਿਹੜਾ ਇੱਕ ਚਿੱਤਰ ਸੀ ਉਹ ਸਾਹਮਣੇ ਨਜ਼ਰ ਆ ਰਿਹਾ ਸੀ। ਸੋ ਇੱਥੇ ਮੈਂ ਭਾਈ ਸਾਹਿਬ ਜੀ, ਤੁਹਾਨੂੰ ਕੁਛ ਯਾਦ ਹੋਏਗਾ ਕਿ ਕਿੰਨੇ ਕੁ ਸਾਲ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਉਹਨਾਂ ਨੇ ਰਹੇ ਨੇ, ਉਹ ਨਿਵਾਸ ਕੀਤਾ ਉਹਨਾਂ ਨੇ? ਆਪਣੇ ਜੀਵਨ ਦਾ ਦਸਵੰਧ ਚੌਥਾ ਹਿੱਸਾ, ਲਗਭਗ 4 ਸਾਲ ਮੇਰੇ ਪਾਤਸ਼ਾਹ ਨੇ। ਇਤਿਹਾਸਕਾਰ ਵੱਖਰੀ ਗੱਲ ਕਰਦੇ ਨੇ, 1685 ਤੋਂ ਲੈ ਕੇ 1699 ਤੱਕ। ਜੀ ਠੀਕ ਹੈ ਜੀ। ਮੇਰੇ ਪਾਤਸ਼ਾਹ ਦੇ ਜੀਵਨ ਦਾ ਦਸਵਾਂ 10ਵਾਂ ਹਿੱਸਾ, ਕਿਉਂਕਿ ਬਹੁਤ ਛੋਟਾ ਜੀਵਨ ਹੈ, 40-42। ਬਿਲਕੁਲ ਜੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੀ ਲਾਈਫ ਹੈ ਰਹਿਣ ਦੀ ਸਰੀਰ ਕਰਕੇ, ਭਾਵੇਂ ਹਾਜ਼ਰ ਨਾਜ਼ਰ ਨੇ, ਹੁਣ ਵੀ ਸਾਡੇ ਨਾਲ ਨੇ, ਪਰ ਉਹਨਾਂ ਦੇ ਸਰੀਰ ਕਰਕੇ ਚੌਥਾ ਹਿੱਸਾ ਉਸ ਸਥਾਨ ਨੂੰ ਮੇਰੇ ਪਾਤਸ਼ਾਹ ਨੇ ਦਿੱਤਾ। ਔਰ ਬੜਾ ਜੰਗਲੀ ਇਲਾਕਾ ਸੀ, ਉੱਥੇ ਸ਼ੇਰਾਂ ਦੇ ਸ਼ਿਕਾਰ, ਚੀਤਿਆਂ ਦੇ ਸ਼ਿਕਾਰ, ਰਿਛਾਂ ਦੇ ਸ਼ਿਕਾਰ ਮੇਰੇ ਪਾਤਸ਼ਾਹ ਨੇ ਕੀਤੇ। ਬਹੁਤ ਸਾਰੇ ਸ਼ੇਰ ਜਿਹੜੇ ਖੂੰਖਾਰ ਰਹਿੰਦੇ ਸਨ, ਲੋਕ ਡਰਦੇ ਸਨ। ਪਰ ਅਜੇ ਵੀ ਉਸ ਸਥਾਨ ਦਾ ਜੇ ਦੁਖਾਂਤ ਹੈ ਕਿ 47 ਤੋਂ ਬਾਅਦ ਸਿੱਖ ਆਬਾਦੀ ਗਈ, ਜਾਂ ਸਿੱਖ ਰਾਜ ਤੋਂ ਬਾਅਦ ਥੋੜੀ ਸਿੱਖ ਆਬਾਦੀ ਗਈ। ਉੱਥੇ ਸਿੱਖ ਨਹੀਂ ਸਨ, ਕਿਉਂਕਿ ਪੁਰਾਣੇ ਹਿਮਾਚਲ ਦਾ ਉਹ ਸਥਾਨ ਸੀ। ਭਾਵੇਂ ਉਹ ਪੰਜਾਬ ਦੇ ਨਾਲ ਲੱਗਦੀ ਸੀ, ਉੱਥੋਂ ਪੰਜਾਬ ਦੀ ਹੱਦ ਕੇਵਲ, ਹੁਣ ਤੇ ਹਰਿਆਣਾ ਹੈ, ਪਰ ਉਦੋਂ ਪੰਜਾਬ ਦੀ ਹੱਦ ਕੇਵਲ 9-10 ਕਿਲੋਮੀਟਰ ਹੈ ਉੱਥੋਂ ਨੇੜੇ, ਕਿਉਂਕਿ ਜਗਾਦਰੀ ਪੰਜਾਬ ਵਿੱਚ ਹੀ ਸੀ। ਔਰ ਜਗਾਦਰੀ ਪੰਜਾਬ ਦਾ ਅੱਜ-ਕੱਲ੍ਹ ਜਮਨਾਨਗਰ ਹਰਿਆਣੇ ਦਾ ਜ਼ਿਲ੍ਹਾ ਹੈ, ਉਹ 9-10 ਕਿਲੋਮੀਟਰ ਦੇ ਅਗਾਂਹ ਜਗਾਦਰੀ ਸ਼ੁਰੂ ਹੋ ਜਾਂਦੀ ਹੈ। ਪਰ ਮੇਰੇ ਪਾਤਸ਼ਾਹ ਨੇ ਉਸ ਸਥਾਨ ਤੇ ਜਾ ਕੇ ਉਸ ਨੂੰ ਐਸਾ ਰਮਣੀਕ ਕੀਤਾ, ਅਜੇ ਤੱਕ ਵੀ ਉਸ ਸਥਾਨ ਤੇ ਬਹੁਤ ਘੱਟ 40 ਸਾਲ ਤੱਕ 40-45 ਸਾਲ ਇੱਕੋ ਹੀ ਬੱਸ ਜਾਂਦੀ ਸੀ ਲਗਾਤਾਰ। ਜਦੋਂ ਇਹ ਸਾਕਾ ਵਾਪਰਦਾ ਹੈ ਨਾ, ਕੋਨੀ ਸਾਕੇ ਦਾ ਜਿਹੜਾ ਆਪਾਂ ਜ਼ਿਕਰ ਕਰਾਂਗੇ, ਉਦੋਂ ਵੀ ਬਹੁਤ ਘੱਟ ਸੰਗਤ ਜਾਂਦੀ ਸੀ। ਜੋ ਜਾਂਦੇ ਸਨ ਪੰਜਾਬ ਤੋਂ ਪੈਦਲ ਜਾਂਦੇ ਸਨ ਜਾਂ ਘੋੜਿਆਂ ਤੇ ਜਾਂਦੇ ਸਨ। ਉਹ ਵਧੀਆ ਰਸਤਾ ਨਹੀਂ ਸੀ ਹੁੰਦਾ। ਹੁਣ ਤੇ ਚਲੋ ਸਾਰੇ ਦੇਸ਼ ਵਿੱਚ ਹੀ ਸੜਕਾਂ ਬਣ ਗਈਆਂ ਨੇ, ਔਰ ਆਉਣ ਜਾਣ ਦੀ ਲੋਕਾਂ ਨੂੰ ਸਹੂਲਤ ਮਿਲ ਗਈ ਹੈ, ਤੇ ਉੱਥੇ ਆਬਾਦੀ ਵੀ ਬੜੀ ਘੱਟ ਸੀ। ਖਾਸ ਕਰਕੇ ਸਿੱਖ ਆਬਾਦੀ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਸੀ ਜ਼ਿਆਦਾ ਉੱਥੇ, ਜਿਹੜੀ ਮਹਾਰਾਜਾ ਰਣਜੀਤ ਸਿੰਘ ਵੇਲੇ ਗਈ ਨਾ। ਆਲੇ ਦੁਆਲੇ ਪਿੰਡਾਂ ਵਿੱਚ ਕੁਝ ਸਿੱਖ ਵਸ ਗਏ ਸਨ, ਔਰ ਸਿੱਖ ਵਸ ਗਏ ਸਨ, ਹੌਲੀ ਹੌਲੀ ਉਹ ਅੰਮ੍ਰਿਤਧਾਰੀ ਹੋ ਗਏ। ਫਿਰ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਵਿੱਚ ਉਹ ਵੀ ਦਖਲ ਦੇਣ ਲੱਗ ਗਏ ਵੀ ਇਹ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਵਧੀਆ ਹੋਣੀ ਚਾਹੀਦੀ ਹੈ। ਇਸ ਕਰਕੇ ਉੱਥੇ ਸੰਗਤ ਦਾ ਜਾਣ ਆਉਣ ਬੜਾ ਘੱਟ ਸੀ, ਕਿਉਂਕਿ ਹੇਮਕੁੰਟ ਸਾਹਿਬ ਤੇ ਬਹੁਤ ਦੇਰ ਨਾਲ ਪ੍ਰਗਟ ਹੋਇਆ। ਅੱਜ ਦੇ ਹੇਮਕੁੰਟ ਸਾਹਿਬ ਨੂੰ ਜਦੋਂ ਸੰਗਤ ਜਾਂਦੀ ਹੈ ਤੇ ਉੱਥੇ ਬਹੁਤ ਵੱਡਾ ਰਸ਼ ਹੋ ਜਾਂਦਾ ਹੈ। ਕਿਸੇ ਦਿਨ 100 ਬੱਸ ਰਾਤ ਵਿੱਚ ਚਲੇ ਜਾਂਦੀ ਹੈ। ਪਹਿਲਾ ਪੜਾ ਉਸੇ ਸਥਾਨ ਤੇ ਕਰਦੇ ਆ ਜੀ। ਸੋ ਤੁਸੀਂ ਭੰਗਾਣੀ ਦੇ ਯੁੱਧ ਦੀ ਜਿਹੜੀ ਗੱਲ ਕੀਤੀ ਹੈ ਕਿ ਉਹ ਵੀ ਇੱਥੇ ਜਿਹੜਾ ਪਹਿਲਾ ਜਿਹੜਾ ਯੁੱਧ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਥੇ ਇਸ ਅਸਥਾਨ ਤੇ ਹੋਇਆ, ਤੇ ਪੀਰ ਬੁੱਧੂ ਸ਼ਾਹ ਜਿਹੜੇ ਉਹਨਾਂ ਨੇ ਵੀ ਆਪਣੇ ਜਿਹੜੇ 4 ਬੇਟੇ ਸੀ ਉਹ ਇਸ ਯੁੱਧ ਤੋਂ ਗੁਰੂ ਸਾਹਿਬ ਤੋਂ ਕੁਰਬਾਨ ਕੀਤੇ ਉਹਨਾਂ ਨੇ। ਸੋ ਉਹਨਾਂ ਦੀ ਮੇਰੇ ਖਿਆਲ 'ਚ ਇੱਕ ਸਾਖੀ ਵੀ ਮੈਨੂੰ ਲੱਗਦਾ ਕਿ ਉਹ ਇਸੇ ਸਥਾਨ ਤੇ ਹੋਈ ਹੈ ਕਿ ਜਿਹੜੀ ਉਹਨਾਂ ਨੂੰ ਗੁਰੂ ਸਾਹਿਬ ਦੇ ਸਮੇਂ ਉਹਨਾਂ ਦੇ ਕੇਸਾਂ ਦੇ ਵਿੱਚ ਜਿਹੜਾ ਕੰਘਾਂ ਦੇ ਵਿੱਚ ਕੇਸ ਹੁੰਦੇ ਨੇ, ਉਹਦੀ ਬਖਸ਼ਿਸ਼ ਹੁੰਦੀ ਹੈ। ਸੋ ਉਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਥੋੜਾ ਜਿਹਾ। ਪੀਰ ਬੁੱਧੂ ਸ਼ਾਹ ਜੀ ਗੁਰੂ ਸਾਹਿਬ ਕੋਲ ਆਪਣੇ ਬੱਚੇ ਸ਼ਹੀਦ ਕਰਵਾ ਕੇ ਹਾਜ਼ਰ ਹੁੰਦੇ ਨੇ ਆ ਕੇ, ਤੇ ਕਲਗੀਧਰ ਪਾਤਸ਼ਾਹ ਆਪਣੇ ਕੇਸਾਂ ਦੀ ਸੰਭਾਲ ਕਰ ਰਹੇ ਸਨ ਗੰਗੇ ਦੇ ਨਾਲ ਜੀ। ਤੇ ਕੇਸਾਂ ਦੀ ਸੰਭਾਲ ਕਰਦਿਆਂ ਮੇਰੇ ਪਾਤਸ਼ਾਹ ਜਦੋਂ ਪੀਰ ਬੁੱਧੂ ਸ਼ਾਹ ਦੇ ਹੱਥ ਜੋੜ ਕੇ ਖਲੋਤਾ ਵੇਖਿਆ, ਤੇ ਮੇਰੇ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਕਿਹਾ, ਪੀਰ ਬੁੱਧੂ ਸ਼ਾਹ ਤੈਨੂੰ ਕੀ ਦਈਏ, ਜੇ ਤੁਸੀਂ ਆਖੋ ਜੋ ਮੰਗੋਗੇ ਉਹ ਦੇ ਦਾਂਗੇ। ਪੀਰ ਬੁੱਧੂ ਸ਼ਾਹ ਨੇ ਕਿਹਾ, ਇਹ ਜਿਹੜੇ ਕੇਸ ਨੇ ਨਾ ਤੁਹਾਡੇ,
ਇਹ ਕੇਸਾਂ ਦੀਆਂ ਤਾਰਾਂ ਮੇਰੀਆਂ ਸੱਚਖੰਡ ਦਾ ਰਸਤਾ ਨੇ, ਦਰਗਾਹ ਦਾ ਰਸਤਾ ਨੇ। ਇਹ ਕੇਸ ਬਖਸ਼ ਦਿਓ। ਪਾਤਸ਼ਾਹ ਨੇ ਇੱਕ ਛੋਟੀ ਦਸਤਾਰ ਕੰਘੇ ਸਮੇਤ ਉਹ ਕੇਸ ਪੀਰ ਬੁੱਧੂ ਸ਼ਾਹ ਨੂੰ ਬਖਸ਼ ਦਿੱਤੇ ਸਨ ਉਸੇ ਪਾਵਨ ਸਥਾਨ ਤੇ। ਵਾਹ ਜੀ ਵਾਹ। ਸੋ ਅੱਗੇ ਗੱਲ ਕਰੀਏ ਭਾਈ ਸਾਹਿਬ, ਜਿਸ ਤਰ੍ਹਾਂ ਅਸੀਂ ਪੁਰਾਣੇ ਇਤਿਹਾਸ ਆਪਣਾ ਦੇਖੀਏ ਤਾਂ ਗੁਰਦੁਆਰਿਆਂ ਦੀ ਜਿਹੜੀ ਸੇਵਾ ਸੰਭਾਲ ਦਾ ਕੰਮ ਹੈ ਉਹ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਦੇਖਿਆ ਜਾਂਦਾ ਹੈ ਕਿ ਮਸੰਦ ਜਾਂ ਉਦਾਸੀ ਜਾਂ ਨਿਰਮਲੇ ਜਿਹੜੇ ਨੇ ਕਰਦੇ ਆਏ ਨੇ। ਅਤੇ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਜਿਹੜੀ ਦੱਸੀ ਵਹਿਤ ਹੈਗੀ ਸੀ ਉਹਦੇ ਉੱਪਰ ਵੀ ਬਹੁਤ ਜ਼ੋਰ ਜਿਹੜਾ ਦਿੱਤਾ ਜਾਂਦਾ ਸੀ। ਅਤੇ ਤਕਰੀਬਨ ਜੇ ਅਸੀਂ 17ਵੀਂ ਸਦੀ ਦੀ ਗੱਲ ਕਰੀਏ, 1716 ਤੋਂ ਲੈ ਕੇ ਥੋੜ੍ਹਾ ਜਿਹੜਾ ਪੂਰੀ 17ਵੀਂ ਸਦੀ ਦਾ ਅਖੀਰ ਤੱਕ ਤਕਰੀਬਨ ਜਿਹੜੀ ਸਾਰੇ ਗੁਰਦੁਆਰੇ ਦੀ ਸੇਵਾ ਸੰਭਾਲ ਹੈ ਉਹ ਇਹਨਾਂ ਦੇ ਹੱਥਾਂ ਵਿੱਚ ਹੀ ਸੀ। ਸੋ ਉਸ ਸਮੇਂ ਦੇ ਇਤਿਹਾਸ ਬਾਰੇ, ਉਹ ਸੇਵਾ ਸੰਭਾਲ ਬਾਰੇ ਤੁਸੀਂ ਜ਼ਰੂਰ ਸਾਡੇ ਨਾਲ ਦੱਸਿਓ। ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜੀ, ਅਸਲ ਵਿੱਚ 1716 ਵਿੱਚ ਬੰਦਾ ਬਹਾਦਰ ਜਦੋਂ ਜਾਂਦਾ ਹੈ ਨਾ, ਹਾਂਜੀ, ਸੰਸਾਰ ਤੋਂ 1716 ਤੋਂ ਲੈ ਕੇ 1799 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਾਬਜ ਹੁੰਦਾ ਪੰਜਾਬ ਤੇ। ਹਾਂਜੀ, ਇਹ ਜਿਹੜੇ ਸਾਲ ਨੇ ਨਾ ਲਗਭਗ ਇਸ ਸਦੀ ਇੱਕ ਬਣ ਜਾਂਦੀ, ਪੂਰੀ ਸਦੀ ਜੀ, ਮੇਰੇ ਪਾਤਸ਼ਾਹ ਦੇ ਜਾਣ ਤੋਂ ਬਾਅਦ ਜੀ, ਕਿਉਂਕਿ ਗੁਰੂ ਘਰ ਦਾ ਜਿਹੜਾ ਪ੍ਰਬੰਧ ਸੀ ਉਹ ਜਾਂ ਤੇ ਮਸੰਦ ਕਰਦੇ ਸਨ ਤੇ ਜਾਂ ਉਦਾਸੀ ਮਹਾਂਪੁਰਸ਼ ਕਰਦੇ ਸਨ। ਹਾਂਜੀ, ਤੇ ਇੱਥੋਂ ਦਾ ਪ੍ਰਬੰਧ ਵੀ ਮੇਰੇ ਪਾਤਸ਼ਾਹ ਨੇ ਆਪਣੇ ਇੱਕ ਗੁਰਸਿੱਖ ਨੂੰ ਜਿਹੜਾ ਉਸ ਵੇਲੇ ਦਾ ਉੱਥੋਂ ਦਾ ਮਹੰਤ ਸੀ ਉਸ ਨੂੰ ਸੌਂਪਿਆ ਸੀ ਜਾਣ ਸਮੇਂ। ਜੀ, ਉਸ ਦਾ ਨਾਂ ਇਤਿਹਾਸ ਨੇ ਬਿਸ਼ਨ ਸਿੰਘ ਲਿਖਿਆ। ਬਿਸ਼ਨ ਸਿੰਘ, ਠੀਕ ਹੈ ਜੀ। ਜਿਸ ਨੂੰ ਸੰਭਾਲ ਕੇ ਗਏ ਸਨ ਜਿਹੜਾ ਪ੍ਰਬੰਧ। ਇਸ ਤਰ੍ਹਾਂ ਫਿਰ ਮਹੰਤ ਦਰ ਮਹੰਤ ਬਦਲਦੇ ਗਏ ਜੀ। ਤੇ ਗੁਰਦੁਆਰਾ ਸਾਰੇ ਗੁਰੂ ਘਰਾਂ ਦੇ ਨਾਂ ਤੇ ਬਹੁਤ ਸਾਰੇ ਮਹਾਰਾਜਾ ਨੇ, ਖਾਸ ਕਰਕੇ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰ ਗੁਰੂ ਘਰ ਦੇ ਨਾਂ ਤੇ ਬਹੁਤ ਸਾਰੀ ਜਾਇਦਾਦ ਲਗਵਾਈ ਹੋਈ ਸੀ, ਜ਼ਗੀਰਾਂ ਲਗਵਾਈਆਂ ਹੋਈਆਂ ਸਨ। ਤੇ ਇਸ ਗੁਰਦੁਆਰਾ ਸਾਹਿਬ ਦੇ ਨਾਂ ਤੇ ਵੀ 400 ਵਿੱਘਾ ਸੀ ਜੀ। ਪਰ ਉਹ 400 ਵਿੱਘਾ ਜਦੋਂ ਲੈਂਡ ਐਕਟ ਬਣਿਆ ਤੇ ਉਦੋਂ ਲੈਂਡ ਐਕਟ ਦੇ ਮੁਤਾਬਕ ਆਜ਼ਾਦ ਦੇਸ਼ ਵਿੱਚ 400 ਵਿੱਘਾ ਵੀ ਲੈ ਲਿਆ ਗਿਆ ਸਰਕਾਰ ਨੇ। ਗੁਰਦੁਆਰਾ ਸਾਹਿਬ ਦੇ ਨਾਂ ਨਹੀਂ ਰਹਿ ਸਕਿਆ ਉਹ। ਔਰ ਉਸ ਤੋਂ ਬਾਅਦ ਜਦੋਂ ਸਾਡੀ 19ਵੀਂ ਸਦੀ ਚੜ੍ਹ ਰਹੀ ਹੈ, ਪਿਛਲੀ ਸਦੀ ਬੀਤੀ ਜੇ 20ਵੀਂ ਸਦੀ ਤੁਸੀਂ ਕਹਿੰਦੇ ਹੋ, 20ਵੀਂ ਸਦੀ ਦੇ ਚੜ੍ਹ ਸਾਰੀ ਜਦੋਂ ਅਕਾਲੀ ਲਹਿਰ ਚੱਲਦੀ ਹੈ ਔਰ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ, ਇਹ ਅਸਲ ਵਿੱਚ ਆਜ਼ਾਦ ਦੇਸ਼ ਵਿੱਚ ਪਹਿਲਾ ਸਾਕਾ ਹੈ। ਠੀਕ ਹੈ ਜੀ। ਆਜ਼ਾਦ ਦੇਸ਼ ਵਿੱਚ ਗੁਰਦੁਆਰਿਆਂ ਦੀ ਆਜ਼ਾਦੀ ਦਾ ਪਹਿਲਾ ਸਾਕਾ ਹੈ। ਸ਼੍ਰੀ ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਦਾ ਸਾਕਾ ਔਰ ਜੈਤੋਂ ਦਾ ਮੋਰਚਾ, ਇਹ ਸਾਰੇ ਪਹਿਲੇ ਨੇ। ਜਲਿਆਂਵਾਲੇ ਬਾਗ ਦਾ ਸਾਕਾ, ਇਹ ਸਾਰੇ ਸਾਕੇ ਪਹਿਲੇ ਨੇ ਜੀ। ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ 47 ਤੋਂ ਬਾਅਦ ਇਹ ਪਹਿਲਾ ਸਾਕਾ ਹੈ। ਠੀਕ ਹੈ ਜੀ। ਜਿਹੜਾ ਪੌਂਟਾ ਸਾਹਿਬ ਵਿਖੇ ਵਾਪਰਦਾ ਹੈ। ਔਰ ਇਹ ਸਾਕਾ ਵਾਪਰਨਾ ਨਹੀਂ ਸੀ ਕਿਉਂਕਿ ਜਲਿਆਂਵਾਲੇ ਬਾਗ ਦੇ ਸਮੇਂ ਜਦੋਂ ਮਹੰਤ ਲਹਿਣਾ ਸਿੰਘ ਉਸ ਵੇਲੇ ਇੱਥੋਂ ਦੇ ਪ੍ਰਬੰਧਕ ਸਨ, ਬੜੇ ਅੱਛੇ ਬੰਦੇ ਸਨ, ਉਹ ਬੜੇ ਪ੍ਰਬੰਧਕ ਸਨ ਔਰ ਉਹਨਾਂ ਨੇ ਜਲਿਆਂਵਾਲੇ ਬਾਗ ਵਿੱਚ ਉਹ ਸ਼ਹੀਦ ਹੋਣ ਤੋਂ ਬਚ ਗਏ ਸਨ। ਬਹੁਤ ਸਾਰੇ ਜਲਿਆਂਵਾਲੇ ਬਾਗ ਗਏ ਸਨ ਉਸ ਮੀਟਿੰਗ ਵਿੱਚ, ਉਸ ਜਲਸੇ ਵਿੱਚ ਬਚ ਗਏ ਸਨ 1919 ਵਿੱਚ। ਪਰ ਉਹ ਜਦੋਂ ਵਾਪਸ ਆਏ ਤੇ ਉਹ ਸਿੱਖਾਂ ਵਿੱਚ ਬੜਾ ਸਤਿਕਾਰ ਸੀ ਉਹਨਾਂ ਦਾ। ਠੀਕ ਹੈ ਜੀ। ਸਿੱਖਾਂ ਵਿੱਚ ਬੜਾ ਸਤਿਕਾਰ ਸੀ। ਜਦੋਂ ਗੁਰਦੁਆਰਾ ਸਾਹਿਬ ਦੀ ਆਜ਼ਾਦੀ ਦੀ ਇਹ ਲੜਾਈ ਚੱਲਦੀ ਹੈ, ਗੁਰਦੁਆਰਾ ਸਾਹਿਬ ਆਜ਼ਾਦ ਹੋਣੇ ਸ਼ੁਰੂ ਹੋਏ ਆ, SGPC ਨਵੀਂ ਬਣੀ ਹੈ, ਤੇ ਉਸ ਵੇਲੇ ਮਹੰਤ ਲਹਿਣਾ ਸਿੰਘ ਨੇ ਖੁਦ ਲਿਖ ਕੇ ਭੇਜ ਦਿੱਤਾ ਕਿ ਮੈਂ ਗੁਰਦੁਆਰਾ ਪੌਂਟਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣਾ। ਠੀਕ ਹੈ ਜੀ। ਇਹ ਵੀ ਕਹਿ ਦਿੱਤਾ। ਪਰ ਜਦੋਂ ਫਿਰ ਅੰਗਰੇਜ਼ ਸਰਕਾਰ ਨੇ ਇਹ ਸ਼੍ਰੋਮਣੀ ਕਮੇਟੀ ਬਣਾਈ ਤੇ ਉਦੋਂ ਗੁਰਦੁਆਰਾ ਪੌਂਟਾ ਸਾਹਿਬ ਜਿਹੜਾ ਸੀ ਸ਼੍ਰੋਮਣੀ ਕਮੇਟੀ ਦੇ ਹਲਕਿਆਂ ਤੋਂ ਬਾਹਰ ਸੀ। ਠੀਕ ਹੈ ਜੀ। ਜਿਹੜੀ ਸ਼੍ਰੋਮਣੀ ਕਮੇਟੀ ਦੇ ਹਲਕੇ ਆ ਉਹਨਾਂ ਤੋਂ ਉਹ ਇਲਾਕਾ ਹੀ ਬਾਹਰ ਰਹਿ ਗਿਆ। ਠੀਕ ਹੈ ਜੀ। ਕਿਉਂਕਿ 4 ਜ਼ਿਲ੍ਹੇ ਸਨ ਡਿਸਟ੍ਰਿਕਟ ਹਿਮਾਚਲ ਦੇ, ਪੁਰਾਣੇ ਹਿਮਾਚਲ ਦੇ 4 ਜ਼ਿਲ੍ਹੇ ਸਨ, ਉਹ ਉਸ ਵੇਲੇ ਬਾਹਰ ਰਹਿ ਗਿਆ ਇਲਾਕਾ। ਔਰ ਉਸ ਇਲਾਕੇ ਵਿੱਚ SGPC ਦੀ ਚੋਣ ਵੀ ਨਹੀਂ ਹੁੰਦੀ, ਨਾ ਮੈਂਬਰ ਚੁਣਿਆ ਜਾਂਦਾ, ਜਿਵੇਂ ਹਰਿਆਣੇ ਚੋਂ ਮੈਂਬਰ ਚੁਣੇ ਜਾਂਦੇ ਨੇ ਜਾਂ ਮੈਂਬਰ ਪੰਜਾਬ ਤੋਂ ਚੁਣੇ ਜਾਂਦੇ ਨੇ, ਕਿਉਂਕਿ ਪੁਰਾਣਾ ਪੰਜਾਬ ਜਿਹੜਾ ਸ਼੍ਰੋਮਣੀ ਕਮੇਟੀ ਦਾ ਹਲਕਾ ਹੈ ਸ਼ਿਮਲੇ ਤੱਕ, ਕਿਉਂਕਿ ਸ਼ਿਮਲੇ ਤੱਕ ਪੰਜਾਬ ਸੀ, ਕਾਂਗੜਾ ਵੀ, ਸਾਰੇ ਸ਼ਿਮਲੇ ਤੱਕ ਸਨ ਸਾਰੇ ਜੀ। ਔਰ ਸਾਰੇ ਇਲਾਕੇ ਵਿੱਚ SGPC ਦੀ ਚੋਣ ਹੁੰਦੀ ਆ। ਪੁਰਾਣਾ ਪੰਜਾਬ ਪਾਕਿਸਤਾਨ ਵਿੱਚ ਰਹਿ ਗਿਆ, ਉਹ ਵੀ SGPC ਦਾ ਹਿੱਸਾ ਸੀ। ਔਰ ਪਰ ਇਹ ਜਿਹੜਾ ਇਹ ਪੰਜਾਬ ਤੋਂ ਬਾਹਰ ਸੀ। ਠੀਕ ਹੈ ਜੀ। ਔਰ ਮਹੰਤ ਲਹਿਣਾ ਸਿੰਘ ਨੇ ਜਦੋਂ ਲਿਖ ਕੇ ਭੇਜਿਆ ਤੇ ਉਦੋਂ ਗੁਰਸਿੱਖਾਂ ਨੇ ਜਿਹੜੇ ਅਕਾਲੀ ਲੀਡਰ ਸਨ ਸਾਰੇ, ਇਹਨਾਂ ਨੇ ਉਦੋਂ ਕਿਹਾ ਵੀ ਅਕਾਲੀ ਲੀਡਰਾਂ ਨੂੰ ਬੜੇ ਬੇਨਤੀ ਕੀਤੀ ਉਹਨਾਂ ਨੇ, ਮਹੰਤ ਜੀ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ, ਤੁਸੀਂ ਬਹੁਤ ਵਧੀਆ ਪ੍ਰਬੰਧ ਚਲਾਉਂਦੇ ਹੋ, ਤੁਸੀਂ ਉਹਦਾ ਪ੍ਰਬੰਧ ਲਗਾਤਾਰ ਚੱਲਦਾ ਰਹੇ। ਠੀਕ ਹੈ। ਇਸ ਕਰਕੇ ਉਸ ਦਾ ਪ੍ਰਬੰਧ ਨਹੀਂ ਬਦਲਿਆ ਗਿਆ। ਪਰ ਉਹਦਾ ਲੜਕਾ ਅਗਾਂਹ ਆਇਆ ਗੁਰਦਿਆਲ ਸਿੰਘ। ਜਦੋਂ ਮਹੰਤ ਲਹਿਣਾ ਸਿੰਘ ਦੀ ਮੌਤ ਹੁੰਦੀ ਹੈ, ਉਹਦਾ ਲੜਕਾ ਮਹੰਤ ਗੁਰਦਿਆਲ ਸਿੰਘ ਆਉਂਦਾ ਹੈ।
ਠੀਕ ਹੈ ਜੀ, ਠੀਕ ਹੈ ਨਾ ਜੀ। ਠੀਕ ਹੈ, ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਪੁੱਤਰ ਵੀ ਪਿਓ ਵਰਗਾ ਹੋਵੇ। ਬਿਲਕੁਲ, ਜ਼ਰੂਰੀ ਨਹੀਂ ਹੈ ਕਿ ਆਪਾਂ ਇਤਿਹਾਸ 'ਚ ਦੇਖਦੇ ਹੀ ਹਾਂ। ਉਹ ਪੂਰਾ ਲਾਲਚੀ ਕਿਸਮ ਦਾ ਬੰਦਾ ਸੀ ਜੀ, ਔਰ ਉਹਦਾ ਖਾਣ ਪੀਣ ਵਾਲਾ ਬੰਦਾ ਸੀ। ਉਸਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਵੀ ਢਿੱਲਾ ਕਰ ਦਿੱਤਾ। ਕੇਵਲ ਇੱਕ ਗ੍ਰੰਥੀ ਸੀ ਉਹਨਾਂ ਦੇ ਕੋਲ ਜੀ, 64 ਤੱਕ ਇੱਕ ਸੀ ਔਰ ਇੱਕ ਲੰਗਰ ਸੇਵਾ ਕਰਨ ਵਾਲਾ। ਠੀਕ ਹੈ ਜੀ, ਕੋਈ ਸੇਵਾਦਾਰ ਨਹੀਂ। ਪ੍ਰਬੰਧ ਜਿਹੜਾ ਸੀ, ਕਿਉਂਕਿ ਸੰਗਤ ਬਹੁਤ ਘੱਟ ਜਾਂਦੀ ਸੀ ਔਰ ਜਮਨਾ ਦਰਿਆ ਦੇ ਵਿੱਚੋਂ ਖਾਣ ਪੀਣ ਵਾਲੇ ਬੰਦੇ ਸਨ ਸਾਰੇ, ਔਰ ਇਸ ਤਰ੍ਹਾਂ ਦਾ ਬੰਦਾ ਉਹਦੇ ਆਲੇ ਦੁਆਲੇ ਇਸ ਤਰ੍ਹਾਂ ਦਾ ਇਕੱਠ ਹੋ ਗਿਆ। ਔਰ ਉਸ ਇਲਾਕੇ ਵਿੱਚ ਨਾ ਹੁਸ਼ਿਆਰਪੁਰ ਵਿੱਚੋਂ ਕੁਝ ਪਰਿਵਾਰ ਗਏ ਸਨ। ਠੀਕ ਹੈ ਜੀ। ਖਾਸ ਕਰਕੇ ਉਹਨਾਂ ਦਾ ਪਿੰਡ ਸੀ ਭੁੰਗਰਨੀ ਦੇ ਨੇੜੇ ਪਿੰਡ ਸੀ ਇੱਧਰ। ਠੀਕ ਹੈ ਜੀ। ਉਹ ਇਹਨਾਂ ਪਿੰਡਾਂ ਚੋਂ ਜਾ ਕੇ ਨਾ ਉਹਨਾਂ ਸਰਦਾਰਾਂ ਨੇ ਸੋਚਿਆ ਵੀ ਇਹ ਪ੍ਰਬੰਧ ਬੜਾ ਢਿੱਲਾ ਹੈ, ਕਿਉਂ ਨਾ ਅਕਾਲੀ ਲੀਡਰਾਂ ਕੋਲ ਮਾਸਟਰ ਤਾਰਾ ਸਿੰਘ ਹੋਰਾਂ ਕੋਲ ਆਏ, ਗਿਆਨੀ ਕਰਤਾਰ ਸਿੰਘ ਜੀ ਉਸ ਵੇਲੇ ਦੇ ਸਾਡੇ ਅਕਾਲੀ ਲੀਡਰ ਸਨ। ਉਹਨਾਂ ਨੂੰ ਬੇਨਤੀ ਕੀਤੀ। ਉਹਨਾਂ ਨੇ ਆ ਕੇ ਜਦੋਂ ਬੇਨਤੀਆਂ ਕੀਤੀਆਂ ਇਹਨਾਂ ਸਾਰੇ ਜਥੇਦਾਰਾਂ ਨੂੰ ਵੀ ਤੁਸੀਂ ਉਸ ਦਾ ਪ੍ਰਬੰਧ ਸੰਭਾਲੋ, ਕਿਉਂਕਿ ਉੱਥੇ ਬੜੀ ਬੇਅਦਬੀ ਹੋ ਰਹੀ ਹੈ, ਬੇਹੁਰਮਤੀ ਹੋ ਰਹੀ ਹੈ ਉਸ ਸਥਾਨ ਦੀ। ਠੀਕ ਹੈ। ਤੇ ਪਰ ਉਹਨਾਂ ਨੇ, ਕਿਉਂਕਿ ਹੁੰਦਾ ਨਾ ਰਾਜਨੀਤੀ ਵਿੱਚ ਥੋੜਾ ਅਗਾਂਹ ਲਿੰਗਰ ਆਉਣ ਕਰ ਦਿੰਦੇ, ਚਲੋ ਵੇਖਦੇ ਆ ਕਰਦੇ ਆ। ਉਹ ਜਦੋਂ ਪ੍ਰਬੰਧ ਵਿਗੜਦਾ ਵੇਖਿਆ ਤੇ ਸਰਦਾਰ ਸੰਤਾ ਸਿੰਘ ਜੀ, ਸਰਦਾਰ ਰਤਨ ਸਿੰਘ ਜੀ, ਜੈਲਦਾਰ ਦਸੌਂਦਾ ਸਿੰਘ ਜੀ, ਇਹ ਸਾਨੂੰ ਉਸ ਇਲਾਕੇ ਦੇ ਪੁਰਾਣੇ ਬਜ਼ੁਰਗ, ਠੀਕ ਹੈ ਜੀ, ਜਿਹੜੇ ਉਸ ਇਲਾਕੇ ਦੇ ਸਨ। ਉਹਨਾਂ ਨੇ ਫਿਰ ਸੋਚਿਆ, ਉਹ ਬੁੱਢਾ ਦਲ ਦੇ ਉਸ ਵੇਲੇ ਮੁਖੀ ਸਨ ਬਾਬਾ ਚੇਤ ਸਿੰਘ ਜੀ, ਪੰਥਕ ਅਕਾਲੀ ਦਲ ਦੇ, ਔਰ ਹਰੀਆਂ ਬੇਲਾਂ ਦੇ ਮੁਖੀ ਸਨ ਸਰਦਾਰ ਬਾਬਾ ਹਰਭਜਨ ਸਿੰਘ ਜੀ। ਤੇ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਭਾਈ ਅਗਲੇ ਦਿਨਾਂ ਵਿੱਚ ਹੋਲੇ ਮਹੱਲੇ ਦਾ ਸਮਾਗਮ ਹੈ ਅਨੰਦਪੁਰ ਸਾਹਿਬ। ਜਦੋਂ ਹੋਲੇ ਮਹੱਲੇ ਦਾ ਸਮਾਗਮ ਖਤਮ ਹੁੰਦਾ ਜੀ ਤੇ ਅਸੀਂ ਉਦੋਂ ਹੀ ਆਪਣੇ ਦਲ ਪੰਥ ਨੂੰ ਲੈ ਕੇ ਘੋੜਿਆਂ ਸਮੇਤ, ਫੌਜਾਂ ਸਮੇਤ ਅਸੀਂ ਪਾਉਂਟਾ ਸਾਹਿਬ ਨੂੰ ਚੱਲਾਂਗੇ। ਠੀਕ ਹੈ। ਹੋਲਾ ਮਹੱਲਾ ਮਾਰਚ ਦੇ ਮਹੀਨੇ ਵਿੱਚ ਹੁੰਦਾ ਹੈ ਔਰ ਮਾਰਚ ਦੇ ਮਹੀਨੇ ਵਿੱਚ ਬਾਬਾ ਹਰਭਜਨ ਸਿੰਘ ਆਪਣੀਆਂ ਫੌਜਾਂ ਨੂੰ ਲੈ ਕੇ ਚੱਲ ਪਏ। ਠੀਕ ਹੈ ਜੀ। ਮਹੰਤ ਨੂੰ ਇਹ ਖਬਰ ਨਾਲ ਮਿਲਦੀ ਰਹੀ ਕਿ ਇੱਥੇ ਨਿਹੰਗ ਸਿੰਘ ਆ ਰਹੇ ਨੇ ਤੇ ਉਹ ਸ਼ਾਇਦ ਕਬਜ਼ਾ ਕਰਨਗੇ ਉਹਦੇ, ਪਰ ਨਿਹੰਗ ਸਿੰਘਾਂ ਨੇ ਕੁਝ ਨਹੀਂ, ਕਿਉਂਕਿ ਨਿਹੱਥੇ ਸਨ, ਰਵਾਇਤੀ ਹਥਿਆਰ ਸਨ ਉਹਨਾਂ ਦੇ ਕੋਲ, ਜਿਹੜੇ ਸਿੱਖ ਪੰਥ ਦੇ ਰਵਾਇਤੀ ਹਥਿਆਰ ਨੇ ਜੀ, ਕੋਈ ਬਰੂਦ ਵਾਲੇ ਹਥਿਆਰ ਨਹੀਂ ਸਨ, ਬੰਦੂਕਾਂ ਵਗੈਰਾ ਕੁਛ ਨਹੀਂ ਸੀ, ਰਿਵਾਲਵਰ ਵਗੈਰਾ, ਕੇਵਲ ਰਵਾਇਤੀ ਹਥਿਆਰ ਸਨ। ਨਿਹੰਗ ਸਿੰਘਾਂ ਨੇ ਘੋੜੇ ਬੰਨੇ ਔਰ ਘੋੜਿਆਂ ਨੂੰ ਉਹਨਾਂ ਨੇ, ਨਿਹੰਗ ਸਿੰਘਾਂ ਨੇ ਬਾਹਰੋਂ ਸਿੱਖ ਸੰਗਤ ਨੇ ਉਹਨਾਂ ਦੇ ਲੰਗਰ ਵਗੈਰਾ ਦਾ ਪ੍ਰਬੰਧ ਕਰ ਦਿੱਤਾ। ਉਹਨਾਂ ਨੇ ਅਖੰਡ ਪਾਠ ਸਾਹਿਬ ਆਰੰਭ ਕੀਤੇ। ਠੀਕ ਹੈ ਜੀ। ਮਹੰਤ ਨੇ ਵਿਰੋਧਤਾ ਨਹੀਂ ਕੀਤੀ, ਅਖੰਡ ਪਾਠ ਸਾਹਿਬ ਸ਼ੁਰੂ ਹੋ ਗਏ। ਠੀਕ ਹੈ ਜੀ। ਔਰ ਜਿਸ ਦਿਨ 23ਵਾਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, 23ਵਾਂ ਅਖੰਡ ਪਾਠ ਸਾਹਿਬ, 22 ਅਖੰਡ ਪਾਠ ਸਾਹਿਬ ਪੂਰੇ ਹੋ ਚੁੱਕੇ ਸਨ। ਠੀਕ ਹੈ ਜੀ। ਉਹ ਦਿਨ ਸੀ ਉਹ 22 ਮਈ 1964 ਦਾ। ਸੋ ਜਿਹੜੇ ਅਖੰਡ ਪਾਠ ਸਾਹਿਬ ਸੀ, ਇਹ ਮਾਰਚ ਮਹੀਨੇ ਜਦੋਂ ਬਾਬਾ ਜੀ ਜਾਂਦੇ ਨੇ ਉਦੋਂ ਆਰੰਭ ਕਰ ਦਿੱਤੇ ਜਾਂਦੇ ਨੇ? ਹਾਂ, ਜਾ ਕੇ ਉਹਨਾਂ ਨੇ ਆਰੰਭ ਕਰ ਦਿੱਤੇ। 22 ਅਖੰਡ ਪਾਠ ਸਾਹਿਬ ਹੋਏ ਜਦੋਂ ਪਹੁੰਚ ਗਿਆ ਉੱਥੇ ਨਾ ਜੀ। ਜੀ ਜੀ ਜੀ। ਲਗਾਤਾਰ 23ਵਾਂ ਅਖੰਡ ਪਾਠ ਰੱਖਿਆ ਸੀ ਤੇ ਉਹਨਾਂ ਦਿਨਾਂ ਵਿੱਚ ਨਾ 27 ਮਈ ਨੂੰ, 22 ਮਈ ਦੀ ਘਟਨਾ ਹੈ ਤੇ ਪੰਡਿਤ ਨਹਿਰੂ ਸਾਡੇ ਪਹਿਲੇ ਪ੍ਰਾਈਮ ਮਿਨਿਸਟਰ ਸਨ ਹਿੰਦੁਸਤਾਨ ਦੇ। ਠੀਕ ਹੈ ਜੀ। ਇਹ 1964 ਦੀ ਤੁਸੀਂ ਗੱਲ ਕਰ ਰਹੇ ਹੋ? ਕਦੋਂ ਦੀ ਗੱਲ ਕਰ ਰਹੇ ਹੋ? ਉਹ ਵੀ 27 ਮਈ 1964 ਨੂੰ ਜਾਂਦੇ ਨੇ ਦੁਨੀਆ ਤੋਂ ਪੰਡਿਤ ਨਹਿਰੂ। ਠੀਕ ਹੈ। ਹਿੰਦੁਸਤਾਨ ਦਾ। ਅੱਛਾ ਜੀ, ਠੀਕ ਹੈ ਜੀ, ਸਮਝ ਗਿਆ। ਹਾਂਜੀ। ਤੇ ਹਿਮਾਚਲ ਜਿਹੜਾ ਸੀ ਇਹ ਉਦੋਂ ਜਿੱਦਾਂ ਨਾ ਚੰਡੀਗੜ੍ਹ ਟੈਰੀਟੋਰੀ ਏਰੀਆ ਹੈ ਨਾ, ਜਿਵੇਂ ਸਿੱਧਾ ਪ੍ਰਬੰਧ ਜਿਹੜਾ ਕੇਂਦਰ ਸਰਕਾਰ ਕੋਲ ਹੀ ਹੈ, ਜਿਵੇਂ ਭਾਰਤ ਸਰਕਾਰ ਦਾ ਸੈਂਟਰਲ ਗਵਰਨਮੈਂਟ ਕੋਲ ਹੈ। ਠੀਕ ਹੈ। ਹਿਮਾਚਲ ਦਾ ਪ੍ਰਬੰਧ ਵੀ ਸਿੱਧਾ ਸੈਂਟਰਲ ਸਰਕਾਰ ਕੋਲ ਸੀ ਤੇ ਪੰਡਿਤ ਨਹਿਰੂ ਉਹਨਾਂ ਦਿਨਾਂ ਵਿੱਚ ਦੇਹਰਾਦੂਨ ਆਏ ਹੋਏ ਸਨ। ਰਾਈਟ, ਠੀਕ ਹੈ ਜੀ। ਦੇਹਰਾਦੂਨ ਉੱਥੋਂ 40-45 ਕਿਲੋਮੀਟਰ ਦੂਰ ਹੈ। ਠੀਕ ਹੈ ਜੀ। ਪਾਉਂਟਾ ਸਾਹਿਬ ਤੋਂ ਬਹੁਤ ਦੂਰ ਨਹੀਂ ਹੈ ਜੀ। ਤੇ ਪੰਡਿਤ ਨਹਿਰੂ ਉੱਥੇ ਠਹਿਰੇ ਹੋਏ ਸਨ। ਉਹਨਾਂ ਨੂੰ ਉੱਥੇ ਇਹ ਖਬਰ ਮਿਲਦੀ ਹੈ ਕਿ ਅੱਜ ਇਹ ਕੁਛ ਹੋ ਗਿਆ। ਠੀਕ ਹੈ। ਜਿਹੜੇ ਡੀਸੀ ਸਨ, ਪੁਲਿਸ ਕਮਿਸ਼ਨਰ ਸਨ, ਉਹ ਸਨ ਆਰ.ਕੇ. ਚੰਦੇਲ। ਠੀਕ ਹੈ ਨਾ ਜੀ। ਜੀ। ਔਰ ਉਹਨਾਂ ਨੇ ਬੜੀ ਨਾਲ ਚਲਾਕੀ ਦੇ ਨਾਲ ਜਦੋਂ ਅਖੰਡ ਪਾਠ ਸਾਹਿਬ ਚੱਲਦੇ ਸਨ, ਮਹੰਤ ਦੇ ਬੰਦੇ ਉਹਨਾਂ ਕੋਲ ਜਾਂਦੇ ਰਹੇ, ਦੱਸਦੇ ਰਹੇ ਕਿ ਅੱਜ ਇਸ ਤਰ੍ਹਾਂ ਦਾ ਅਖੰਡ ਪਾਠ ਸਾਹਿਬ ਚੱਲ ਰਿਹਾ। ਫਿਰ ਇਕੱਲੇ ਨਿਹੰਗ ਸਿੰਘ ਨੇ, ਉਹਨਾਂ ਕੋਲ ਕੋਈ ਹਥਿਆਰ ਨਹੀਂ ਹੈ, ਘੋੜੇ ਨੇ, ਜਾਂ ਨਿਹੰਗ ਸਿੰਘ ਆਪ ਨੇ, ਅਖੰਡ ਪਾਠ ਸਾਹਿਬ ਲਗਾਤਾਰ ਚੱਲ ਰਹੇ ਨੇ। ਇਸ ਤਰ੍ਹਾਂ ਦੀਆਂ ਖਬਰਾਂ ਜਾਂਦੀਆਂ ਰਹੀਆਂ ਗਵਰਨਮੈਂਟ ਦੇ ਕੋਲ, ਕਿਉਂਕਿ CID ਹਰ ਸਰਕਾਰ ਦੀ ਹੁੰਦੀ ਹੈ। ਬਿਲਕੁਲ। ਉਹਨਾਂ ਕੋਲ CID ਪਹੁੰਚਦੀ ਰਹੀ, ਗੁਪਤ ਰਿਪੋਰਟਾਂ ਪਹੁੰਚਦੀਆਂ ਰਹੀਆਂ ਤੇ ਉਹਨਾਂ ਨੇ ਇੱਕ ਦਿਨ ਪਹਿਲੇ 22 ਮਈ ਤੋਂ ਜਿਹੜੇ ਬਾਬਾ ਜੀ ਸਨ, ਬਾਬਾ ਹਰਭਜਨ ਸਿੰਘ ਜੀ ਹਰੀਆਂ ਬੇਲਾਂ ਵਾਲੇ, ਜਿਹੜੇ ਉਸ ਵੇਲੇ ਮੁਖੀ ਸਨ
ਕਿ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਦੇ ਮੁਖੀ ਸਨ, ਉਹਨਾਂ ਨੇ ਕਿਹਾ ਕਿ ਆਪਾਂ ਇੱਕ ਦਿਨ ਪਹਿਲੇ ਸਰਕਟ ਹਾਊਸ ਬੁਲਾਇਆ, ਤੁਹਾਡੇ ਨਾਲ ਗੱਲ ਕਰਾਂਗੇ ਉਸ ਰੈਸਟ ਹਾਊਸ ਵਿੱਚ ਬੈਠ ਕੇ, ਪਰ ਉਸ ਬਹਾਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪਰ ਉਹ ਜਾਣ ਲੱਗੇ ਜਿਹੜੇ ਮੁਖੀ ਉਸ ਵੇਲੇ ਬਾਕੀ ਨਿਹੰਗ ਸਿੰਘ ਸਨ, ਕਿਉਂਕਿ ਬਾਬਾ ਨਿਹਾਲ ਸਿੰਘ ਜੀ ਜਿਹਨਾਂ ਨੂੰ ਜਿੰਦਾ ਸ਼ਹੀਦ ਤੁਸੀਂ ਕਹਿੰਦੇ ਹਰੀਆਂ ਬੇਲਾਂ ਵਾਲੇ, ਉਹਨਾਂ ਦੀ ਉਮਰ ਉਦੋਂ ਜਵਾਨੀ ਦੀ ਸੀ, ਮੁੱਛ ਫੁੱਟ ਗੁਬਰੂ ਸਨ, 22-23 ਸਾਲ ਦੇ ਹੋਣਗੇ ਤੇ ਉਹਨਾਂ ਨੂੰ ਉਹ ਵੀ ਛੋਟੀ ਉਮਰ ਵਿੱਚ ਸਨ। ਉਹਨਾਂ ਨੇ ਜ਼ਿੰਮੇਵਾਰ ਸਿੰਘਾਂ ਨੂੰ ਕਿਹਾ ਕਿ ਭਾਈ ਅਖੰਡ ਪਾਠ ਸਾਹਿਬ ਭੰਗ ਨਹੀਂ ਕਰਨਾ ਔਰ ਮੇਰੇ ਆਉਣ ਤੱਕ ਮੇਰੀ ਵੇਟ ਕਰਨੀ ਹੈ, ਠੀਕ ਹੈ ਨਾ। ਅਖੰਡ ਪਾਠ ਸਾਹਿਬ ਇਸੇ ਤਰ੍ਹਾਂ ਚੱਲਦੇ ਰਹਿਣਗੇ, ਸਰਕਾਰ ਨੇ ਮੈਨੂੰ ਬੁਲਾਇਆ ਹੈ, ਗੱਲਬਾਤ ਚੱਲੇਗੀ। ਪਰ ਉਸੇ ਦੌਰਾਨ ਹੀ 22 ਮਈ ਨੂੰ ਸਵੇਰ ਸਮੇਂ ਪੁਲਿਸ ਦੀ ਧਾੜ ਲੈ ਕੇ, ਪੁਲਿਸ ਦੀ ਬਹੁਤ ਸਾਰੀ ਫੋਰਸ ਨੂੰ ਬੁਲਾ ਕੇ ਗੁਰਦੁਆਰਾ ਪਾਉਂਟਾ ਸਾਹਿਬ ਦੀ ਜਿੱਥੇ ਡਿਊਟੀ ਹੈ, ਡਿਊਟੀ ਦੇ ਦਰਵਾਜ਼ੇ ਬੰਦ ਸਨ, ਅੰਦਰ ਅਖੰਡ ਪਾਠ ਸਾਹਿਬ ਚੱਲਦੇ ਸਨ। ਉਦੋਂ ਉਹਨਾਂ ਨੇ ਪੌੜੀ ਲਾ ਕੇ ਪੁਲਿਸ ਨੂੰ ਅੰਦਰ ਮਾਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਹੁਤ ਥੋੜੇ ਸਿੰਘ ਸਨ, ਕੋਈ 9-10 ਸਿੰਘ ਸਨ, ਬਾਹਰ ਸਨ, ਘੋੜਿਆਂ ਵੱਲ ਸਨ, ਕੁਝ ਲੰਗਰ ਵੱਲ ਸਨ ਤੇ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। ਤੇ ਅਖੰਡ ਪਾਠ ਸਾਹਿਬ ਚੱਲਦਿਆਂ ਤੇ ਹੀ ਪੁਲਿਸ ਨੇ ਦਰਵਾਜ਼ੇ ਤੋੜੇ, ਬਾਰੀਆਂ ਤੋੜੀਆਂ, ਤੋੜ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਫਾਇਰਿੰਗ ਸ਼ੁਰੂ ਹੁੰਦੀ ਹੈ ਤੇ ਗ੍ਰੰਥੀ ਸਿੰਘ ਦੇ ਪਹਿਲੇ ਉਹ ਹੱਥ ਵਿੱਚ ਕਹਿੰਦਾ ਵੀ ਨਹੀਂ ਭਾਈ ਅਖੰਡ ਪਾਠ ਤੋਂ ਭੰਗ ਨਾ ਕਰਿਓ, ਬੋਲਦਾ ਅਖੰਡ ਪਾਠ ਸਾਹਿਬ ਕਰਦਾ ਆਪਣੀ ਹਥੇਲੀ ਦਾ ਇਸ਼ਾਰਾ ਕਰਦਾ ਤੇ ਭਾਈ ਤੁਸੀਂ ਗੋਲੀ ਨਾ ਚਲਾਓ। ਪਰ ਉਹਨਾਂ ਨੇ ਪਹਿਲੀ ਗੋਲੀ ਉਹਨਾਂ ਦੇ ਹੱਥ ਵਿੱਚ ਮਾਰੀ, ਫਿਰ ਦੂਜੀ ਸੀਨੇ ਵਿੱਚ ਮਾਰੀ ਤੇ ਬਾਬਾ ਨਿਹਾਲ ਸਿੰਘ ਜੀ ਉਦੋਂ ਸਤਿਗੁਰੂ ਦੀ ਸੇਵਾ ਕਰ ਰਹੇ ਸਨ, ਚੌਰ ਸਾਹਿਬ ਦੀ ਸੇਵਾ ਕਰਦੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਅਖੰਡ ਪਾਠ ਸਾਹਿਬ ਤੇ ਬੈਠਦਾ ਹੈ, ਰੋਲ ਸੰਭਾਲਦਾ ਹੈ, ਪਰ ਉਹਨਾਂ ਦੇ ਰੋਲ ਸੰਭਾਲਣ ਪਹਿਲਾਂ 3 ਗੋਲੀਆਂ ਉਹਨਾਂ ਦੇ ਵੀ ਲੱਗ ਗਈਆਂ। ਉਹ ਤੇ ਜ਼ਖਮੀ ਹੋਏ, ਪਰ 8-9 ਸਿੰਘ ਅੰਦਰ ਹੀ ਸ਼ਹੀਦ ਹੋ ਗਏ ਔਰ ਸਾਰਾ ਗੁਰੂ ਘਰ ਜਿਹੜਾ ਸੀ ਲੱਥ-ਪੱਥ ਹੋ ਗਿਆ ਖੂਨ ਦੇ ਨਾਲ। ਔਰ ਉਸ ਸਮੇਂ ਸਰਕਾਰ ਨੇ ਬੜੀ ਚੁਸਤੀ ਨਾਲ, ਕਿਉਂਕਿ ਉੱਥੇ ਆਲੇ ਦੁਆਲੇ ਸਿੱਖ ਆਬਾਦੀ ਬਹੁਤ ਥੋੜੀ ਥੋੜੀ ਆਬਾਦੀ ਹੈ, ਹਾਲੇ ਵੀ ਕੋਈ 8-10 ਹਜ਼ਾਰ ਆਬਾਦੀ ਹੈ, ਸਿੱਖ ਆਬਾਦੀ ਬਹੁਤੀ ਨਹੀਂ ਹੈ, ਬਹੁਤ ਥੋੜੀ ਆਬਾਦੀ ਹੈ ਉੱਥੇ। ਤੇ ਹੁਣ ਤੇ 47 ਤੋਂ ਬਾਅਦ ਹੌਲੀ ਆਬਾਦੀ ਵੱਧਦੀ ਗਈ ਕਿ ਹੁਣ ਇੰਡਸਟਰੀਅਲ ਸਿਟੀ ਬਣ ਗਿਆ, ਉਹ ਬਹੁਤ ਸਾਰੀ ਇੰਡਸਟਰੀ ਲੱਗ ਗਈ ਹੈ, ਬਹੁਤ ਸਾਰੀ ਸੰਗਤ ਬਾਹਰੋਂ ਆਉਣ ਲੱਗ ਗਈ ਹੈ, ਸੜਕਾਂ ਬਣ ਗਈਆਂ ਨੇ, ਹਿਮਾਚਲ ਵਾਲੇ ਆਉਂਦੇ ਨੇ, ਪੰਜਾਬ ਵਾਲੇ ਜਾਂਦੇ ਨੇ, ਹਰਿਆਣੇ ਵਾਲੇ ਜਾਂਦੇ ਨੇ, ਦਿੱਲੀ ਦੀ ਸੰਗਤ ਜਾਂਦੀ ਹੈ, ਉੱਤਰਾਖੰਡ ਤੋਂ ਸੰਗਤ ਜਾਂਦੀ ਹੈ, ਯੂਪੀ ਤੋਂ ਸੰਗਤ ਜਾਂਦੀ ਹੈ, ਕਿਉਂਕਿ ਬੜਾ ਵਿਚਕਾਰ ਜਿਹਾ ਇਲਾਕਾ, ਕਿਉਂਕਿ ਉੱਤਰਾਖੰਡ ਦੀ ਹੱਦ ਵੀ ਉੱਥੋਂ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਉੱਤਰਾਖੰਡ ਹੈ ਨਾ, ਦੂਜੀ ਸਟੇਟ ਯੂਪੀ ਚ ਬਣੀ, ਉਹ ਵੀ ਨਾਲ ਹੀ ਹੈ, ਇੱਕ ਪਾਸੇ ਹਰਿਆਣਾ ਤੇ ਬਿਲਕੁਲ ਕਾਰਨਰ ਦੇ ਉੱਪਰ ਉਹ ਸਥਾਨ ਹੈ ਜਮਨਾ ਦੇ, ਬਹੁਤ ਸਾਰੇ ਜਿਹੜੇ ਬਾਰਡਰ ਨੇ ਉਹ ਲਾਗੇ ਲੱਗਦੇ ਨੇ। ਹਾਂਜੀ, ਸਾਰੀਆਂ ਸਟੇਟਾਂ ਨਾਲ ਲੱਗਦੀਆਂ, ਪਰ ਸਿੱਖ ਆਬਾਦੀ ਬੜੀ ਥੋੜੀ ਸੀ। ਜਦੋਂ ਇਹਨਾਂ ਨੇ ਪੁਲਿਸ ਨੇ ਸਾਰੀਆਂ ਡੈਡ ਬੋਡੀ ਚੁੱਕੀਆਂ ਉੱਥੋਂ, ਸਾਰੀਆਂ ਦੇਹਾਂ ਨੂੰ ਲੈ ਗਏ ਔਰ ਜੰਗਲ ਵਿੱਚ ਲਿਜਾ ਕੇ ਇੱਕੋ ਥਾਂ ਹੀ ਸਾਰਿਆਂ ਦਾ ਸੰਸਕਾਰ ਕਰ ਦਿੱਤਾ ਇਕੱਠੇ। ਸੋ ਜਿਹੜਾ ਇਹ ਸੰਸਕਾਰ ਸੀ ਸਰਕਾਰ ਵੱਲੋਂ ਕੀਤਾ ਗਿਆ ਜੀ। ਸਤਿਗੁਰੂ ਦੇ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੋਲੀਆਂ ਲੱਗੀਆਂ ਜੀ। ਇੱਕ 10ਵੇਂ ਗ੍ਰੰਥ ਦਾ ਸਰੂਪ ਸੀ, ਉਹਦੇ ਵਿੱਚ ਵੀ ਗੋਲੀਆਂ ਲੱਗੀਆਂ ਜੀ। ਇਸ ਤਰ੍ਹਾਂ ਬਹੁਤ ਸਾਰਾ ਜਿੰਨੇ ਸ਼ਾਸਤਰ ਸਨ ਗੁਰਦੁਆਰਾ ਸਾਹਿਬ ਜੀ ਦੇ, ਉਹ ਵੀ ਸਾਰੇ ਲੈ ਗਏ ਔਰ ਸਾਰਿਆਂ ਨੂੰ ਜਾ ਕੇ ਸਾੜ ਦਿੱਤਾ। ਜਿਹੜੇ 2-3 ਜ਼ਖਮੀ ਸਨ, ਜਿਨ੍ਹਾਂ ਵਿੱਚ ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ ਸਨ, ਉਹਨਾਂ ਨੂੰ ਚੁੱਕ ਕੇ ਹਸਪੀਟਲ ਲੈ ਗਏ ਤੇ ਉਹਨਾਂ ਦਾ ਇਲਾਜ ਨਹੀਂ ਕੀਤਾ। ਪਰ ਜਦੋਂ ਹੌਲੀ ਸੰਗਤ ਆਉਣੀ ਸ਼ੁਰੂ ਹੋਈ ਹੈ ਔਰ ਕੁਝ ਬੰਦਿਆਂ ਨੇ ਹਿੰਮਤ ਕੀਤੀ, ਦਰਿਆ ਨੂੰ ਪਾਰ ਕੀਤਾ, ਪਾਣੀ ਵਿੱਚ ਵੀ ਦੂਸਰੇ ਪਾਸੇ ਜਾ ਕੇ, ਕਿਉਂਕਿ ਦੂਜੀ ਸਟੇਟ ਲੱਗਦੀ ਸੀ, ਪੰਜਾਬ ਲੱਗਦਾ ਸੀ, ਦੂਜੇ ਪਾਸੇ ਯੂਪੀ ਲੱਗਦੀ ਸੀ, ਉੱਥੋਂ ਟੈਲੀਗ੍ਰਾਮ ਕੀਤੀਆਂ। ਇੱਥੋਂ ਟੈਲੀਗ੍ਰਾਮ ਵੀ ਨਹੀਂ ਹੋਣ ਦਿੱਤੀਆਂ, ਕਿਉਂਕਿ ਨਾ ਟੈਲੀਫੋਨ ਦੇ ਸਾਧਨ ਸਨ, ਨਾ ਮੋਬਾਇਲ ਸਨ, ਨਾ ਫੋਨ ਸਨ। ਇੱਕ ਟੈਲੀਗ੍ਰਾਮ ਜਾਂਦੀ ਸੀ ਤੇ ਉਹ ਜਥੇਦਾਰ ਸੰਤੋਖ ਸਿੰਘ ਜਦੋਂ, ਕਿਉਂਕਿ ਦਿੱਲੀ ਦੇ ਆਗੂ ਸਨ, ਉਦੋਂ ਉਹਨਾਂ ਨੂੰ ਗਈ ਔਰ ਅੰਮ੍ਰਿਤਸਰ ਇਸ ਤਰ੍ਹਾਂ ਦੇ ਸਾਡੇ ਆਗੂਆਂ ਨੂੰ। ਔਰ ਅਗਲੇ ਦਿਨ ਬਹੁਤ ਸਾਰੀ ਸੰਗਤ ਪਹੁੰਚ ਸਕੀ ਜਦੋਂ ਪੁਲਿਸ ਨੇ ਸਾਰਾ ਕੁਝ ਸੰਭਾਲ ਲਿਆ। ਔਰ ਇਹ ਲਗਾਤਾਰ ਕੇਸ ਚੱਲਦਾ ਰਿਹਾ ਜੀ। ਔਰ ਇਹ ਕੇਸ ਸਾਕੇ ਤੋਂ ਬਾਅਦ ਲਗਾਤਾਰ ਕੇਸ ਚੱਲਿਆ। ਤੀਸਰੇ ਦਿਨ ਇਹ ਜਿਹੜੇ 2-3 ਸਿੰਘਾਂ ਦਾ ਸੰਸਕਾਰ ਕੀਤਾ ਪਿਆ, 2-3 ਹੀ ਮਰੇ, ਬਾਕੀ ਤੇ ਉਹਨਾਂ ਨੇ ਛੁਪਾ ਲਏ, ਦੱਸਿਆ ਨਹੀਂ 11, ਕਿਉਂਕਿ 11 ਸਿੰਘ ਸ਼ਹੀਦ ਹੋਏ ਟੋਟਲ, ਦੱਸਿਆ ਨਹੀਂ ਗਿਆ, ਸਿਰਫ ਸੰਸਕਾਰ 2-3 ਦਾ ਕੀਤਾ। ਔਰ ਉਹਨਾਂ ਨੇ ਕੀ ਕੀਤਾ, ਜਦੋਂ 2-3 ਦਾ ਸੰਸਕਾਰ ਕਰਦੇ ਨੇ, ਸੰਸਕਾਰ ਕਰਨ ਤੋਂ ਬਾਅਦ ਹੌਲੀ ਸਿੱਖ ਲੀਡਰ ਆਉਣੇ ਸ਼ੁਰੂ ਹੋਏ। ਉਹਨਾਂ ਨੇ ਕੇਂਦਰ ਸਰਕਾਰ ਨਾਲ ਗੱਲ ਕੀਤੀ, ਪੰਜਾਬ ਗੌਰਮੈਂਟ ਕੋਲੋਂ ਰੋਸ ਮਾਰਚ ਸ਼ੁਰੂ ਕੀਤੇ
ਕੇਸ ਹੌਲੀ ਹੌਲੀ ਕੋਰਟ ਵਿੱਚ ਚਲਾ ਗਿਆ, ਕਿਉਂਕਿ ਅਗਵਾ ਨਹੀਂ ਸਨ ਕੋਈ ਵੀ। ਹਾਂਜੀ, ਕਿਉਂਕਿ ਗਵਾਹੀ ਤੇ ਕੋਈ ਹੁੰਦੀ ਨਹੀਂ ਏਦਾਂ ਦੇ ਕੇਸਾਂ ਵਿੱਚ, ਕੌਣ ਹੁੰਦਾ ਗਵਾਹੀ ਦੇਣ ਵਾਲਾ? ਠੀਕ ਹੈ ਨਾ ਜੀ। ਜੀ ਬਿਲਕੁਲ ਜੀ। ਕੇਸ ਵੀ ਨਹੀਂ ਹੋ ਸਕਿਆ ਤੇ ਕੁਦਰਤੀ ਉਹਨਾਂ ਦਿਨਾਂ ਵਿੱਚ ਸਾਡੇ ਜਿਹੜੇ ਹਾਈ ਕੋਰਟ ਦੇ ਜੱਜ ਸਨ ਉਹ ਸਨ ਸ਼ਿਮਲੇ, ਸਾਡੇ ਜਸਟਿਸ ਪ੍ਰੀਤਮ ਸਿੰਘ ਸਫੀਰ। ਠੀਕ ਹੈ ਜੀ। ਉਹਨਾਂ ਕੋਲ ਕੇਸ ਗਿਆ, ਉਹ ਵੀ ਸਿੱਖ ਸਨ। ਉਹਨਾਂ ਨੇ ਇੱਕ ਬਹੁਤ ਵਧੀਆ ਪ੍ਰਬੰਧਕ ਕਮੇਟੀ ਤਿਆਰ ਕਰ ਦਿੱਤੀ, ਇੱਕ ਟਰਸਟ ਵਾਂਗ। ਜਦੋਂ ਵੀ ਕੋਈ ਮੈਂਬਰ ਪੂਰਾ ਹੁੰਦਾ ਉਹਦੀ ਜਗ੍ਹਾ ਤੇ ਜਿਹੜੇ ਬਾਕੀ ਮੈਂਬਰ ਨੂੰ ਇੱਕ ਮੈਂਬਰ ਚੁਣ ਲੈਂਦੇ ਨੇ। ਕੋਈ ਸਿੱਧੀ ਡਾਇਰੈਕਟ ਇਲੈਕਸ਼ਨ ਨਹੀਂ ਹੁੰਦੀ। ਕੁਝ ਮੈਂਬਰ ਜਮਨਾ ਨਗਰ ਤੋਂ, ਜਗਾਦਰੀ ਤੋਂ ਨੇ, ਕੁਝ 1-2 ਲੋਕਲ ਨੇ, ਕੁਝ ਪੰਜਾਬ ਚੋਂ ਨੇ, ਕੁਝ ਉੱਥੋਂ ਦੇਹਰਾਦੂਨ ਤੋਂ ਨੇ। ਇਸ ਤਰ੍ਹਾਂ ਇਹਦਾ ਪ੍ਰਬੰਧ ਜਿਹੜਾ ਹੈ ਨਾ, ਜਿਹੜਾ ਪ੍ਰਬੰਧ ਕੀ ਹੁੰਦਾ, ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਜਿਹੜਾ ਵੀ ਹੋਵੇ ਉਹ ਮੀਟਿੰਗ ਨੂੰ ਅਟੈਂਡ ਕਰਦਾ ਹੈ। ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹ ਲੋਕਲ ਹੁੰਦਾ, ਉਹ ਉੱਥੋਂ ਦਾ ਪ੍ਰਬੰਧ ਨੂੰ ਵੇਖਦਾ ਤੇ ਜਨਰਲ ਸਕੱਤਰ ਵੀ ਉਸ ਇਲਾਕੇ ਦਾ ਹੀ ਹੁੰਦਾ। ਇਸ ਤਰ੍ਹਾਂ ਕਿਉਂਕਿ ਪੰਜਾਬ ਤੋਂ ਦੂਰ ਹੈ, ਜਾਣ ਨੂੰ ਵੀ, ਕਿਉਂਕਿ ਪੰਜਾਬ ਤੋਂ 200-250 ਕਿਲੋਮੀਟਰ ਦਾ ਸਫ਼ਰ ਹੈ, ਸਮਾਂ ਲੱਗਦਾ ਜਾਣ। ਤੇ ਇਸ ਤਰ੍ਹਾਂ ਪ੍ਰਬੰਧ ਉਸ ਚੱਲ ਰਿਹਾ। ਇਸ ਵਾਰ ਜਿਹੜਾ ਇਹ ਸਮਾਗਮ ਹੈ, ਸ਼ਹੀਦੀ ਸਮਾਗਮ, ਉੱਥੇ ਨਹੀਂ ਹੋ ਰਿਹਾ। ਉੱਥੇ ਕੇਵਲ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। COVID-19 ਕਰਕੇ ਉੱਥੇ ਕੋਈ ਵੱਡਾ ਫੰਕਸ਼ਨ ਨਹੀਂ ਹੋ ਸਕੇਗਾ। ਠੀਕ ਹੈ ਨਾ ਜੀ। ਜੀ ਬਿਲਕੁਲ। ਔਰ ਮੰਜੀ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਉੱਥੇ ਸਵੇਰ ਦੀ ਕਥਾ ਵਿੱਚ ਕੋਈ ਕਥਾਵਾਚਕ ਜਿਹੜਾ ਹੋਣਗੇ, ਔਰ ਉੱਥੇ ਵੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਮੰਜੀ ਸਾਹਿਬ ਵੀ ਪੂਰਾ ਪੰਥ ਇਹ ਦਿਨ ਮਨਾਏਗਾ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਜਿਹੜੀਆਂ ਸ਼ਹੀਦਾਂ ਦੀ ਜਥੇਬੰਦੀ ਹੈ ਸਾਡੀ, ਮਿੱਤਰ ਸ਼ਹੀਦਾਂ ਤਰਨਾ ਦਲ ਹਰੀਆਂ ਬਿਨਾਂ ਦੇ ਮੌਜੂਦਾ ਮੁਖੀ ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ ਹੋਰਾਂ ਨੂੰ ਜਿੰਦਾ ਸ਼ਹੀਦਾ ਕਿਤਾਬ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਿਛਲੇ ਸਾਲਾਂ 'ਚ ਦਿੱਤਾ। ਬੜਾ ਸਤਿਕਾਰ ਕੀਤਾ। ਔਰ ਪਿਛਲੇ ਸਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨਾਊਂਸ ਕੀਤਾ ਕਿ ਅਸੀਂ ਹਰ ਸਾਲ ਇਹ ਜਿਹੜਾ ਦਿਹਾੜਾ ਹੈ ਸ਼੍ਰੀ ਅੰਮ੍ਰਿਤਸਰ ਮੰਜੀ ਸਾਹਿਬ ਵੀ ਮਨਾਇਆ ਕਰਾਂਗੇ। ਔਰ ਪਹਿਲੇ ਸਾਲ ਹੀ ਮਨਾਇਆ ਜਾਣਾ ਸੀ ਇਸ ਵਾਰ, ਪਰ ਇਹ ਇੱਕ ਬੜੀ ਵੱਡੀ ਦਿੱਕਤ ਆਈ ਹੈ ਕਿਉਂਕਿ ਮਹਾਮਾਰੀ ਸਮੁੱਚੇ ਸੰਸਾਰ ਵਿੱਚ ਹੀ ਫੈਲੀ ਹੋਈ ਹੈ ਤੇ ਉੱਥੇ ਬਿਨਾਂ ਸੰਗਤ ਤੋਂ ਅਰਦਾਸ ਹੋਏਗੀ। ਥੋੜੀ ਸੰਗਤ ਜਾਏਗੀ, ਥੋੜੀ ਸੰਗਤ ਪੌਂਟਾ ਸਾਹਿਬ ਵੀ ਜਾਏਗੀ, ਕੁਝ ਸੰਗਤ ਹਰੀਆਂ ਬੇਲਾਂ ਦੇ ਸਥਾਨ ਤੇ ਵੀ ਜਾਏਗੀ ਕਿਉਂਕਿ ਹਰੀਆਂ ਬੇਲਾਂ ਜਥੇਬੰਦੀ ਦਾ ਸਥਾਨ ਹੈ, ਉੱਥੇ ਵੀ ਇਹ ਸਾਰਾ ਕੁਝ ਹੋਏਗਾ। ਜੀ ਸੋ ਬਹੁਤ ਹੀ ਜਿਹੜੀ ਕਹਿ ਸਕਦੇ ਖੂਨੀ ਦਾਸਤਾਨ ਜਿਹੜੀ ਹੈ ਉਹ ਸਿੱਖਾਂ ਦੇ ਵੈਸੇ ਇੱਕ ਇਤਿਹਾਸ 'ਚ ਲਿਖੀ ਹੋਈ ਹੈ ਕਿ ਭਾਵੇਂ 17ਵੀਂ-18ਵੀਂ ਸਦੀ ਜਾਂ ਗੁਰੂਆਂ ਦੇ ਸਮੇਂ ਤੋਂ ਹੀ ਦੇਖਿਆ ਜਾਵੇ ਤਾਂ ਕੋਈ ਸ਼ਾਇਦ ਪੰਨਾ ਇਹੋ ਜਿਹਾ ਹੋਏਗਾ ਕਿ ਜਦੋਂ ਕੋਈ ਸ਼ਹੀਦੀ ਸ਼ਹਾਦਤਾਂ ਨਾਲ ਨਾ ਰੰਗਿਆ ਹੋਵੇ। ਅਸਲ ਵਿੱਚ ਸਾਡਾ ਨਾ ਜਿਹੜਾ ਇੱਕ ਹੱਕ ਹੈ, ਮਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਵਾਨੋ। ਬਿਲਕੁਲ ਜੀ। ਮਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਵਾਨੋ। ਇਹਨਾਂ ਨੇ ਮਰਨ ਨੂੰ ਪ੍ਰਵਾਨ ਕਰ ਲਿਆ ਪਹਿਲੇ ਦਿਨ ਤੋਂ ਹੀ। ਬਿਲਕੁਲ ਜੀ, ਪਹਿਲਾ ਮਰਨ ਕਬੂਲ। ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਠੀਕ ਹੈ ਨਾ ਜੀ, ਸ਼ਹੀਦ ਬਾਬਾ ਦੀਪ ਸਿੰਘ, ਨਵਾਬ ਜੱਸਾ ਸਿੰਘ ਆਹਲੂਵਾਲੀਆ, ਕਿੰਨੇ ਲੋਕਾਂ ਨੇ ਉਸ ਸਥਾਨ ਲਈ ਆਪਣਾ ਜੀਵਨ ਦਾਨ ਕਰ। ਬਿਲਕੁਲ ਜੀ, ਠੀਕ ਹੈ ਨਾ ਜੀ। ਗੁਰਦੁਆਰਾ ਸਾਹਿਬ ਦੀ ਸਾਰੀ ਜਿੰਨਾ ਵੀ ਇਤਿਹਾਸ ਹੈ, ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਬਾਅਦ ਇਹ ਪਹਿਲਾ ਸਾਕਾ ਹੈ ਜਿਹੜਾ ਆਜ਼ਾਦ ਦੇਸ਼ ਵਿੱਚ ਹੁੰਦਾ ਹੈ, ਜਿੱਥੋਂ ਇਸ ਤਰ੍ਹਾਂ ਦਾ ਖੂਨੀ ਸਾਕਾ ਹੁੰਦਾ ਹੈ। ਉਸ ਤੋਂ ਬਾਅਦ ਤੇ 84 ਵਿੱਚ ਤੇ ਘੱਲੂਘਾਰਾ ਬੀਤ ਗਿਆ ਫਿਰ, ਠੀਕ ਹੈ ਨਾ ਜੀ, 84 ਵਿੱਚ ਤੇ ਉਹ ਸੋਚਾ ਸਿੱਖ ਜਗਤੀ ਜਾਣਦਾ, ਪਰ ਦੇਸ਼ ਆਜ਼ਾਦ ਵਿੱਚ ਇਹ ਪਹਿਲੀ ਵਾਰ ਹੋਇਆ 1964-22 ਮਈ ਦੇ ਦਿਨ। ਜੀ ਸੋ ਇਹਦੇ ਵਿੱਚ ਜਿਹੜੇ ਉਸ ਸਮੇਂ ਦੇ ਜਿਹੜੇ ਮਹੰਤ ਹੈਗੇ ਸੀ, ਜਿਹੜੇ ਤੁਸੀਂ ਦੱਸਿਆ ਕਿ ਜਿਹੜੇ ਸਰਕਾਰ ਨਾਲ ਮਿਲੇ ਸੀ, ਜਿੱਥੇ ਕੁਰੀਤੀਆਂ ਕਰ ਰਹੇ ਸੀ, ਤਾਂ ਉਹਨਾਂ ਨਾਲ ਕੀ ਬਣਿਆ ਉਸ ਸਮੇਂ ਤੇ? ਅਸਲ ਵਿੱਚ ਨਾ ਉਹ ਤੇ ਕੈਦ ਤੇ ਕਿਸੇ ਨੂੰ ਹੋਈ ਨਹੀਂ। ਥੋੜਾ ਸਮਾਂ ਜੇਲ੍ਹਾਂ ਵਿੱਚ ਰਹੇ, ਬਾਅਦ ਵਿੱਚ ਬਰੀ ਹੋ ਗਏ ਸਨ, ਉਹਨਾਂ ਦੀ ਮੌਤ ਹੋ ਗਈ। ਪਰ ਇੱਕ ਕੰਮ ਬੜਾ ਵਧੀਆ ਕਰ ਗਏ ਉਹ, ਅਸਲ ਵਿੱਚ ਇਹ ਜਸਟਿਸ ਦੀ ਸੋਚ ਹੁੰਦੀ ਹੈ। ਜਿਹੜੇ ਨਾ ਕਾਨੂੰਨ ਦਾ ਹੁੰਦੇ, ਉਹਨਾਂ ਦੀ ਬੜੀ ਵਧੀਆ ਸੋਚੀ। ਉਹਨਾਂ ਨੇ ਇੱਕ ਗੱਲ ਕਹੀ ਕਿ ਭਾਈ ਜਿਹੜੀ ਮੈਂ ਇਹ ਪ੍ਰਬੰਧਕ ਕਮੇਟੀ 11 ਮੈਂਬਰੀ ਬਣਾ ਰਿਹਾ ਨਾ, ਤੇ ਇਹਦੇ ਵਿੱਚ ਮਹੰਤ ਦੇ ਲੜਕੇ ਨੂੰ ਤੇ ਜਿਹੜਾ ਅਗਾਂਹ ਇਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਆਏਗਾ ਉਹਨੂੰ ਮੈਂਬਰ ਜ਼ਰੂਰ ਲਿਓ, ਕਿਉਂਕਿ ਜਦੋਂ 10 ਬੰਦੇ ਤੁਸੀਂ ਉਹਦੇ ਨਾਲ ਕਪੱਤ ਕਰੋਗੇ ਨਾ ਹਰ ਮੀਟਿੰਗ ਤੇ ਉਹਨੂੰ ਯਾਦ ਆਏਗਾ ਹਰ ਸਾਲ ਉਹਦੀਆਂ ਪੀੜ੍ਹੀ ਦਰ ਪੀੜ੍ਹੀ। ਦੇਖੋ ਜਸਟਿਸ ਦੀ ਸੋਚ ਸੀ ਜਸਟਿਸ ਦੀ, ਠੀਕ ਹੈ ਨਾ ਜੀ। ਬਿਲਕੁਲ। ਜਦੋਂ ਤੁਸੀਂ ਬੈਠੋਗੇ ਮੀਟਿੰਗ ਵਿੱਚ ਤੇ ਉਹਨੂੰ ਲਾਹਨਤਾਂ ਪਾਇਆ ਕਰੋਗੇ, ਤੁਹਾਡੀ ਕਰਤੂਤ ਹੈ। ਬਿਲਕੁਲ। ਤੇ ਅਜੇ ਵੀ ਉਹਨਾਂ ਦੀ ਫੈਮਿਲੀ ਤੋਂ ਇੱਕ ਮੈਂਬਰ ਲਿਆ ਜਾਂਦਾ। ਠੀਕ ਹੈ ਜੀ। ਜਿਹੜਾ ਚੀਫ ਜਸਟਿਸ ਸੀ ਨਾ, ਉਹ ਕਹਿੰਦੇ ਸਨ, ਵਿਰੋਧਤਾ ਕਰਦੇ ਸਨ ਜਿਹੜੇ ਇਹਨਾਂ ਦੇ ਵਕੀਲ ਸਨ ਪ੍ਰਬੰਧਕ ਕਮੇਟੀ ਦੇ, ਇਹ ਨਾ ਕਰੋ, ਕਹਿੰਦੇ ਨਹੀਂ ਫਿਰ ਸਜ਼ਾ ਨਹੀਂ ਮਿਲਣੀ। ਮੈਂ ਚਾਹੁੰਦਾ ਕਿ ਰਹਿੰਦੀਆਂ ਪੁਸ਼ਤਾਂ ਤੱਕ ਸਜ਼ਾ ਮਿਲਦੀ ਰਹੇ ਇਹਨਾਂ ਨੂੰ। ਜੀ ਜਦੋਂ ਵੀ ਤੁਸੀਂ ਮੀਟਿੰਗ 'ਚ ਬੈਠੋ ਉਹਦੀ ਜ਼ਰੂਰਤ ਨਾ ਹੋਵੇ ਤੁਹਾਡੇ ਸਾਹਮਣੇ ਗੱਲ ਕਰਨ ਦੀ। ਜੀ
ਬਹੁਤ ਹੀ ਜੀ ਮਹਾਨ ਜਿਹੜਾ ਇਤਿਹਾਸ ਜਿਹੜਾ ਇਸ ਸਥਾਨ ਦਾ ਹੈਗਾ। ਅਤੇ ਇੱਕ ਗੱਲ ਬੜੀ ਐਸੇ ਸੋਚ ਕੇ ਮਨ 'ਚ ਆਉਂਦਾ ਹੈ ਕਿ ਬਹੁਤ ਘੱਟ ਲੋਕਾਂ ਨੇ ਜਿਹੜਾ ਸ਼ਹੀਦੀ ਸਾਕਾ ਪਾਉਂਟਾ ਸਾਹਿਬ ਬਾਰੇ ਸੁਣਿਆ ਹੋਇਆ। ਮੈਂ ਖੁਦ ਵੀ ਜਿਹੜਾ ਤੁਸੀਂ ਮੰਨੋਗੇ ਨਹੀਂ ਕਿ ਮੈਨੂੰ ਵੀ ਇਹਦੇ ਬਾਰੇ ਜ਼ਿਆਦਾ ਹਾਂਜੀ ਬੁੱਕਸ ਨਹੀਂ ਕੋਈ ਛਪਣੀਆਂ ਚਾਹੀਦੀਆਂ ਸਨ। ਜਿੱਦਾਂ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪੂਰੀ ਚਸ਼ਮਦੀਦ ਗਵਾਹ ਨੇ, ਅਜੇ ਉਹਨਾਂ ਦਾ ਸਰੀਰ ਹੈ, ਉਹਨਾਂ ਕੋਲ ਬੈਠ ਕੇ ਕੋਈ ਰੈਕੋਰਡ ਵਧੀਆ ਲਿਖ ਸਕਦਾ ਹੈ, ਠੀਕ ਹੈ ਨਾ ਜੀ। ਤੇ ਕਿਸੇ ਨੇ ਖੁਦ ਕਿਹਾ ਸੀ ਕਿ ਅਸੀਂ ਲਿਖਾਂਗੇ, ਪਰ ਅਜੇ ਤੱਕ ਇਹ ਕਾਰਜ, ਕਿਉਂਕਿ ਸਾਕੇ ਜਿਹੜੇ ਨੇ ਨਾ ਸ਼ਹੀਦੀ ਸਾਕੇ ਸਾਡੀਆਂ ਨੈਕਸਟ ਜਨਰੇਸ਼ਨ ਤੱਕ, ਅਗਲੀਆਂ ਪੀੜ੍ਹੀਆਂ ਤੱਕ ਤਦੋਂ ਪਹੁੰਚਣਗੇ ਜਦੋਂ ਇਹ ਲਿਖਤੀ ਰੂਪ ਵਿੱਚ ਰਹਿਣਗੇ। ਬਿਲਕੁਲ ਜੀ, ਬਹੁਤ ਘੱਟ ਜਿਹੜੇ ਦਸਤਾਵੇਜ਼ ਨੇ ਜਾਂ ਹਿਸਟਰੀ ਜਿਹੜੀ ਹੈ ਇਹਦੇ ਬਾਰੇ ਲਿਖਤ ਰੂਪ ਦੇ ਵਿੱਚ ਮਿਲਦੀ ਹੈ। ਦਸਤਾਵੇਜ਼ ਬੜੇ ਕੀਮਤੀ ਦਸਤਾਵੇਜ਼ ਹੁੰਦੇ ਨੇ ਜੀ। ਮੈਂ ਤੇ ਬਾਬਾ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਹੋਰਾਂ ਨੂੰ ਹਰ ਸਾਲ ਜਦੋਂ ਉਸ ਸਮਾਗਮ ਤੇ ਹਾਜ਼ਰੀ ਵੀ ਭਰਦਾ, ਇਸ ਵਾਰ ਤੇ ਕੋਵਿਡ-19 ਕਰਕੇ ਜਾ ਨਹੀਂ ਸਕਿਆ ਮੈਂ, ਪਰ ਮੈਂ ਤੇ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਤੁਸੀਂ ਇਸ ਸਾਕੇ ਨੂੰ, ਤੁਸੀਂ ਅੱਖੀਂ ਜਿੱਥੇ ਚਸ਼ਮਦੀਦ ਗਵਾਹ ਹੋ, ਤੁਸੀਂ ਉਸ ਨੂੰ ਵੇਖਿਆ, ਆਪਣੇ ਗਰਮ ਖੂਨ ਦਾ ਸਵਾਦ ਆਪਣੀ ਜੀਭਾਂ ਨਾਲ ਤੁਸੀਂ ਚੱਖ ਕੇ ਵੇਖਿਆ ਜੀ, ਬਿਲਕੁਲ ਆਪਣੇ ਸਵਾਦ ਆਪ ਵੇਖਿਆ, ਔਰ ਤੁਸੀਂ ਉਹਦਾ ਅੱਖੀਂ ਡਿੱਠਾ ਹਾਲ ਜ਼ਰੂਰ ਸੁਣਾਓ। ਉਹ ਹਰ ਸਾਲ ਹੀ ਸੁਣਾਉਂਦੇ ਨੇ, ਹਾਂਜੀ, ਪਰ ਉਹਨੂੰ ਕਲਮਬੰਦ ਕਰਨਾ ਵੀ ਬਹੁਤ ਜ਼ਰੂਰੀ ਹੈ। 50 ਸਾਲਾ ਸਮਾਗਮ ਸੀ, ਕਿਉਂਕਿ 50 ਸਾਲ ਹੋ ਗਏ ਸਨ 2014 ਦੇ ਵਿੱਚ, 50 ਸਾਲ ਹੋ ਗਏ ਨੇ ਜੀ। ਹੁਣ ਤੇ 56ਵਾਂ ਸ਼ਹੀਦੀ ਸਾਕੇ ਦਾ ਜੋੜ ਮੇਲਾ ਹੈ ਜੀ, ਬਿਲਕੁਲ। ਤੇ 50 ਸਾਲ ਦੇ ਹੋਏ ਸਨ, ਉਦੋਂ ਵੀ ਬਹੁਤ ਵੱਡਾ ਇਕੱਠ ਕੀਤਾ ਗਿਆ ਸੀ। ਹਾਂਜੀ, ਬਿਲਕੁਲ। ਜਿਹੜਾ ਤੁਹਾਡਾ 50 ਸਾਲ ਦਾ ਤੁਸੀਂ ਦੱਸਿਆ ਕਿ ਇਕੱਠ ਕੀਤਾ ਗਿਆ ਸੀ, ਸੋ ਉਹਦੀਆਂ ਮੈਂ ਜਿਹੜੀਆਂ ਲਾਈਵ ਵੀਡੀਓ ਸੀ ਉਹ ਦੇਖੀਆਂ ਸੀ। ਉਹਦੇ ਵਿੱਚ ਮੈਂ ਤੁਹਾਡੀ ਸਪੀਚ ਵੀ ਸੁਣੀ ਸੀ, ਜਿੱਥੋਂ ਕਿ ਆਪਣਾ ਰਾਬਤਾ ਜਿਹੜਾ ਕਾਇਮ ਹੋਇਆ। ਹਾਂਜੀ ਹਰ ਸਾਲ ਹੀ ਉੱਥੇ ਬੋਲ ਕੇ ਆਵਾਂ ਜੀ। ਅਲੱਗ-ਅਲੱਗ ਟੀਵੀ ਚੈਨਲ ਮੇਰੇ ਨਾਲ ਜੁੜੇ ਰਹਿੰਦੇ ਆ, ਰੇਡੀਓ ਟੀਵੀ ਚੈਨਲ ਯੂਕੇ ਦੇ, ਕੈਨੇਡਾ ਦੇ, ਅਮਰੀਕਾ ਦੇ, ਉਹ ਫਿਰ ਇਸ ਤਰ੍ਹਾਂ ਗੱਲ ਚੱਲਦੀ ਰਹਿੰਦੀ ਹੈ। ਹਾਂਜੀ, ਨਹੀਂ, ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਹਰ ਸਾਲ ਜਿਹੜੇ ਬਾਬਾ ਨਿਹਾਲ ਸਿੰਘ ਜੀ ਉਹ ਵੀ ਜਿਹੜਾ ਇਤਿਹਾਸ ਹੈ ਸੁਣਾਉਂਦੇ ਨੇ, ਸੋ ਬਹੁਤ ਜ਼ਰੂਰੀ ਹੈ ਕਿ ਇਹਨੂੰ ਕਲਮਬੱਧ ਵੀ ਕੀਤਾ ਜਾਵੇ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਅਤੇ ਜਿਹੜੇ ਅੱਗੋਂ ਵੀ ਕੋਈ ਕਿਤੇ ਹੋਰ ਪੁਸਤਕ ਵੀ ਕੋਈ ਬਣਨੀ ਹੁੰਦੀ ਹੈ, ਅਤੇ ਉਹਦੀ ਰੈਫਰੈਂਸ ਵੀ ਜਿਹੜੀ ਹੈ ਇਹਨਾਂ ਸਾਕਿਆਂ ਤੋਂ ਜਿਹੜੀ ਲਈ ਜਾ ਸਕਦੀ ਹੈਗੀ ਹੈ। ਸੋ ਇਹ ਬਹੁਤ ਜ਼ਰੂਰੀ ਹੈ। ਹਾਂਜੀ, ਹਾਂਜੀ। ਅਤੇ ਇੱਕ ਤੁਸੀਂ ਗੱਲ ਇੱਥੇ ਮੈਨਸ਼ਨ ਕੀਤੀ ਕਿ ਜਿਹੜੀ ਚਸ਼ਮਦੀਦ ਜਿਸ ਤਰ੍ਹਾਂ ਗਵਾਹ ਨੇ, ਸੋ ਇੱਕ ਇਤਿਹਾਸ ਦਾ ਇਹ ਵੀ ਬਹੁਤ ਇੱਕ ਜ਼ਰੂਰੀ ਪੱਖ ਹੈ ਕਿ ਜਿਹੜੇ ਸਾਡੇ ਚਸ਼ਮਦੀਦ ਗਵਾਹ ਨੇ, ਅਤੇ ਜਦੋਂ ਅਸੀਂ ਇਹਨਾਂ ਦੇ ਮੂੰਹ, ਇਹਨਾਂ ਦੇ ਗੱਲੋਂ ਇਹ ਇਤਿਹਾਸ ਜਿਹੜਾ ਸਰਵਣ ਕਰਦੇ ਹਾਂ, ਕਿਉਂਕਿ ਜਦੋਂ ਕੋਈ ਹੋਰ ਇਨਸਾਨ ਸੁਣਾਉਂਦਾ ਜਿਹੜਾ ਕਿ ਉੱਥੇ ਗਵਾਹ ਨਹੀਂ ਹੁੰਦਾ ਪਰ ਉਹਨੇ ਸੁਣਿਆ ਹੁੰਦਾ, ਅਤੇ ਉਹ ਬਹੁਤ ਫਰਕ ਆ ਜਾਂਦਾ ਹੈ। ਸੋ ਆਈ ਥਿੰਕ ਕਿ ਇਹਦੀ ਮਹੱਤਤਾ ਵੀ ਜਿਹੜੀ ਹੈ ਸਾਨੂੰ ਨਕਾਰਨੀ ਨਹੀਂ ਚਾਹੀਦੀ, ਅਤੇ ਇਹਦੀ ਮਹੱਤਤਾ ਨੂੰ ਬਿਲਕੁਲ ਇੱਥੇ ਅੱਖੋਂ ਪਰੋਖਾ ਨਹੀਂ ਕਰਨਾ ਚਾਹੀਦਾ ਇਹਨੂੰ ਸਾਨੂੰ। ਸੋ ਵਿੱਚ ਨਾ ਮੇਰਾ ਵੀ ਯਤਨ ਰਿਹਾ ਕਿ ਜਿੰਨੇ ਸਾਲ ਨਾ ਪਿਛਲੇ ਸਾਲਾਂ ਵਿੱਚ ਜਿਹੜੇ ਉਸ ਸਾਕੇ ਦੇ 66 ਤੱਕ ਉੱਥੇ ਸਨ ਜੀ, ਉਸ ਤੋਂ ਬਾਅਦ ਰਹੇ ਨੇ, ਤਕਰੀਬਨ ਪ੍ਰਧਾਨਾਂ ਨੂੰ ਵੀ ਸਾਰਿਆਂ ਨੂੰ ਪਤਾ ਰਿਹਾ, ਸਾਰਿਆਂ ਕੋਲੋਂ ਇਹ ਵਾਰ-ਵਾਰ ਸੁਣਦਾ ਰਿਹਾ ਕਿ ਕੀ ਵਾਪਰਿਆ, ਕੀ ਨਹੀਂ ਵਾਪਰਿਆ, ਪ੍ਰਬੰਧਕ ਕਮੇਟੀ ਵਿੱਚ ਉਹਨੂੰ ਮਹੰਤ ਨੂੰ ਮੈਂਬਰ ਕਿਉਂ ਲਿਆ, ਉਹਦੇ ਲੜਕਿਆਂ ਨੂੰ ਕਿਉਂ ਮੈਂਬਰ ਲਿਆ, ਮੈਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਦਾ ਰਿਹਾ। ਕਹਿੰਦੇ ਜਸਟਿਸ ਦੀ ਸੋਚ ਜੀ, ਉਹ ਕਹਿੰਦਾ ਨਹੀਂ ਇਹਨਾਂ ਨੂੰ ਸਜ਼ਾ ਇੱਕ ਵਾਰੀ ਨਹੀਂ ਦੇਣੀ, ਵਾਰ-ਵਾਰ ਸਜ਼ਾ ਦੇਣੀ। ਨਹੀਂ, ਬਿਲਕੁਲ ਬਹੁਤ ਸਹੀ ਹੈ। ਹਾਂਜੀ, ਬੜਾ ਵੱਡਾ ਸੋਚ ਸੋਚੀ ਉਹਨਾਂ ਨੇ, ਬੜੀ ਇੱਕ ਦੂਰ ਅੰਦੇਸ਼ੀ ਕਹਿ ਸਕਦੇ ਅਸੀਂ ਜਿਹੜੀ ਉਹਨਾਂ ਨੇ ਲਈ ਹੈ। ਹਾਂਜੀ, ਤੇ ਬਹੁਤ ਸਾਰੇ ਜਿਸ ਤਰ੍ਹਾਂ ਅਸੀਂ ਮੈਂਬਰ 11 ਵਿੱਚ ਕੁਝ ਨਹੀਂ ਕਰ ਸਕੇਗਾ, ਜੋ 10 ਕਰਨਗੇ ਉਹੀ ਹੋਏਗਾ। ਹਾਂਜੀ, ਕਿਉਂਕਿ ਮੈਜੋਰਿਟੀ ਉੱਥੇ ਆਏਗੀ। ਹਾਂਜੀ, ਪਤਾ ਲੱਗੇਗਾ ਹੁਣ ਕਿਵੇਂ ਵਧੀਆ ਪ੍ਰਬੰਧ ਚੱਲ ਰਿਹਾ, ਔਰ ਇਹ ਵੀ ਪਤਾ ਲੱਗੇਗਾ ਕਿ ਪ੍ਰਬੰਧ ਜਿਹੜੇ ਨੁਕਸ ਹੁੰਦੇ ਨੇ ਉਹ ਕੀ ਹੁੰਦੇ ਨੇ, ਤੇ ਹੁਣ ਪ੍ਰਬੰਧ ਕਿਵੇਂ ਵਧੀਆ ਚੱਲ ਰਿਹਾ, ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹ ਤੋਂ ਪਤਾ ਲੱਗਦਾ ਹੈ ਕਿ ਉਹਦਾ ਪ੍ਰਬੰਧ ਉਸ ਸਥਾਨ ਦਾ ਵਧੀਆ ਚੱਲ ਰਿਹਾ ਜੀ। ਸੋ ਬਹੁਤ ਵਧੀਆ ਤੁਸੀਂ ਸਾਡੇ ਨਾਲ ਜਿਹੜਾ ਇਤਿਹਾਸ ਹੈ ਸਰਵਨ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ, ਅਤੇ ਸਾਨੂੰ ਖੁਦ ਨੂੰ ਜਿਹੜਾ ਪੜ੍ਹ ਕੇ ਬੜਾ ਲੱਗਾ ਕਿ ਦੇਖੋ ਕਿਵੇਂ ਅਸੀਂ ਪਹਿਲਾਂ ਸਾਕਾ ਨਨਕਾਣਾ ਸਾਹਿਬ, ਸਾਕਾ ਪਾਉਂਟਾ ਸਾਹਿਬ, ਅਤੇ ਬਾਅਦ ਵਿੱਚ 1964 ਤੋਂ ਬਾਅਦ 78 ਦਾ ਸਾਕਾ, ਫਿਰ 84 ਦਾ। ਸੋ ਸਾਕੇ ਜਿਹੜੇ ਆ ਜਿਸ ਤਰ੍ਹਾਂ ਅਸੀਂ ਸਾਰੇ ਦੁਖਦਾਇਕ ਨੇ ਬਹੁਤ ਜੀ। ਹਾਂਜੀ, ਸੋ ਬਹੁਤ ਰੌਂਗਟੇ ਖੜ ਜਾਂਦੇ ਨੇ ਜੀ, ਰੌਂਗਟੇ ਖੜ ਜਾਂਦੇ ਨੇ, ਮਨੁੱਖੀ ਮਨ ਲਈ ਸੁਣਨਾ ਵੀ ਵੇਖਣਾ ਬੜਾ ਔਖਾ ਹੁੰਦਾ ਜੀ। ਬਿਲਕੁਲ। ਸੋ ਜਿੱਥੇ ਭਾਈ ਸਾਹਿਬ ਜੀ, ਜਿੱਥੇ ਜਿਹੜੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ, ਉੱਥੇ ਵੀ ਕੋਈ ਅਲੱਗ ਕੋਈ ਜਗ੍ਹਾ ਜਾਂ ਉੱਥੇ ਇੱਕ ਮੈਮੋਰੀਅਲ ਕੋਈ ਖੜਾ ਕੀਤਾ ਗਿਆ? ਨਹੀਂ, ਪਤਾ ਹੀ ਨਹੀਂ ਜੰਗਲ ਵਿੱਚ ਕਿੱਥੇ ਸ਼ਹੀਦ ਕੀਤਾ ਗਿਆ, ਪਤਾ ਹੀ ਨਹੀਂ। ਇੱਕ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਕ ਨਿਸ਼ਾਨ ਸਾਹਿਬ ਝੁਲਾਇਆ ਗਿਆ। ਠੀਕ ਹੈ ਜੀ। ਦੀ ਯਾਦ ਵਿੱਚ ਇੱਕ ਨਿਸ਼ਾਨ ਸਾਹਿਬ ਝੁਲਦਾ ਪਿਆ ਜੀ। ਹਾਂਜੀ ਜੀ, ਹੋਰ ਕੋਈ ਯਾਦਗਾਰ ਨਹੀਂ ਬਣ ਸਕੀ, ਉਹ ਨਿਸ਼ਾਨ ਸਾਹਿਬ ਵੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਹੈ। ਠੀਕ ਹੈ ਜੀ। ਅਤੇ ਤੁਸੀਂ ਜਾਣ ਤੋਂ ਪਹਿਲਾਂ ਕੋਈ ਜਿਹੜੇ ਵਿਚਾਰ ਹੈ ਹੋਰ ਕੋਈ ਸਾਡੇ ਨਾਲ, ਸਾਡੀ ਆਡੀਅנס ਦੇ ਨਾਲ ਸਾਂਝੇ ਕਰਨੇ ਚਾਹੁੰਦੇ ਹੋਵੋ, ਜਾਂ ਇਸ ਸਾਕੇ ਦੇ ਰਿਲੇਟਿਡ ਜਾਂ ਬਿਨਾਂ ਰਿਲੇਟਿਡ ਵੀ? ਉੱਥੇ ਸੰਪਰਕ ਕਰ ਰਹੇ ਨੇ
ਉਹਨਾਂ ਨੂੰ ਬੇਨਤੀ ਕਰਾਂਗਾ ਵੀ ਬਾਈ ਤੁਹਾਡਾ ਵਿਸ਼ੇਸ਼ ਕਰਕੇ ਧੰਨਵਾਦ ਕਰਦਾ, ਤੁਸੀਂ ਸੰਗਤ ਦੇ ਰੂਬਰੂ ਕੀਤਾ ਮੈਨੂੰ, ਔਰ ਸੰਗਤ ਨੂੰ ਬੇਨਤੀ ਕਰਾਂਗਾ ਜਦੋਂ ਵੀ ਆਓ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੇ ਦਰਸ਼ਨ ਕਰੋ, ਆਪਣੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਵੀ ਹੋਵੋ ਔਰ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ, ਕਿਉਂਕਿ ਬੜਾ ਹੀ ਰਮਣੀਕ ਸਥਾਨ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਉਸ ਪਾਵਨ ਸਥਾਨ ਦੇ ਦਰਸ਼ਨ ਕਰੀਏ ਜੀ। ਸਾਰੀ ਸੰਗਤ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਫਤਿਹ ਅਰਜ਼ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।